ਵਾਹਿਗੁਰੂ ਸਾਹਿਬ ਜੀ। ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰ ਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀ ਗਤ ਪਾਹੇ। ਜਨਮ ਮਰਨ ਦੁਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਣ ਮਿਲਾਏ। ਆਤਮ ਰਸ ਜਿਨ ਜਾਣਿਆ, ਹਰ ਰੰਗ ਸਹਿਜੇ ਮਾਣ। ਨਾਨਕ ਧਨ ਧਨ ਜਨ, ਆਏ ਤੇ ਪਰਵਾਣ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਦੀਨ ਦੁਨੀਆ ਦੇ ਮਾਲਕ, ਹਲਤ ਪਲਤ ਦੇ ਰਾਖੇ, ਗੁਰਤਾ ਗੱਦੀ ਤੇ ਬਿਰਾਜਮਾਨ, ਜ਼ਾਹਰਾ ਜ਼ਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਦਇਆਲੂ ਕਿਰਪਾਲੂ ਬਖਸ਼ਿੰਦ ਸਤਿਗੁਰੂ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਸ਼ਬਦ ਗੁਰੂ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਗੋਦ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਸਭ ਵਡਭਾਗੀ ਹਾਂ। ਸਤਿਗੁਰੂ ਜੀ ਦੀ ਅਪਾਰ ਕਿਰਪਾ ਦਇਆ ਦ੍ਰਿਸ਼ਟੀ ਦੇ ਸਦਕਾ ਗੁਰੂ ਘਰ ਦੇ ਅੰਨਣ ਸੇਵਕ ਗੁਰਸਿੱਖ ਸਿੱਖੀ ਦੀ ਅਵਧੀ ਸੇਵਾ ਨਿਮਰਤਾ ਦੇ ਪੁੰਜ, ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਜੱਟਾ ਤੇ ਆਪ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਜਨਾਂ ਨੇ ਜੋ ਬਹੁਤ ਹੀ ਮਹਾਨ ਉੱਤਮ ਸ੍ਰੇਸ਼ਟ ਉਪਰਾਲਾ ਕੀਤਾ ਹੈ, ਗੁਰਮਤ ਸਮਾਗਮ ਉਲੀਕੇ ਹਨ। ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਹਰ ਜਸ ਸਰਵਣ ਕਰਕੇ ਆਪ ਜੀ ਮਾਲਕ ਵੱਲੋਂ ਬਖਸ਼ਿਸ਼ ਇਸ ਮਨੁੱਖਾ ਦੇਹੀ ਨੂੰ ਸਫਲਿਆਂ ਕਰਨ ਦੇ ਆਹਰ ਵਿੱਚ ਜੁੜੇ ਹੋ। ਦਾਸ ਤੋਂ ਪਹਿਲਾਂ ਬੜੇ ਹੀ ਪ੍ਰੇਮ ਦੇ ਨਾਲ ਆਪ ਜੀ ਨੇ ਭਾਈ ਸ਼ਾਮ ਸਿੰਘ ਜੀ ਪਾਸੋਂ ਸੰਖੇਪ ਰੂਪ ਦੇ ਵਿੱਚ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਆਓ ਇਸੇ ਤਰ੍ਹਾਂ ਹੀ ਮਨੋਬਿਰਤੀਆਂ ਇਕਾਗਰ ਕਰੀਏ, ਇਹਨਾਂ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰੀਏ। ਗੁਰੂ ਜਸ ਸਰਵਣ ਕਰਕੇ
ਗੁਰਮਤਿ ਦੀ ਸੋਝੀ ਪ੍ਰਾਪਤ ਕਰਕੇ ਗੁਰੂ ਚਰਨਾਂ ਨਾਲ ਪ੍ਰੇਮ ਭਾਵਨਾ ਜੋੜ ਕੇ ਇਸ ਮਨੁੱਖਾ ਜੀਵਨ ਦਾ ਲਾਹਾ ਖੱਟ ਸਕੀਏ। ਇੱਕ ਵਾਰੀ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਦੀ ਅਕਾਲ ਪੁਰਖ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਸਾਜੀ ਹੈ, ਬਹੁਤ ਸਾਰੇ ਜੀਵ ਹੁਣ ਤੱਕ ਇਸ ਧਰਤੀ ਦੇ ਉੱਤੇ ਜਨਮ ਲੈ ਚੁੱਕੇ ਨੇ। ਬਹੁਤ ਜੀਵ ਆਏ ਤੇ ਬਹੁਤ ਸਾਰੇ ਸੰਸਾਰ ਤੋਂ ਚਲੇ ਗਏ, ਤੇ ਜੀਵਾਂ ਨੂੰ ਜੀਵਨ ਦਾ ਮਨੋਰਥ ਸਮਝਾਉਣ ਦੇ ਵਾਸਤੇ ਪਰਮਾਤਮਾ ਨੇ ਬਹੁਤ ਸਾਰੇ ਦਰਵੇਸ਼, ਸੰਤ, ਭਗਤ, ਔਲਗੀ ਅਵਤਾਰ, ਪੀਰ ਪੈਗੰਬਰ ਇਸ ਧਰਤੀ ਤੇ ਸਮੇਂ-ਸਮੇਂ ਤੇ ਪ੍ਰਗਟ ਕੀਤੇ। ਸਭ ਤੋਂ ਵੱਡੀ ਵਾਹਿਗੁਰੂ ਦੀ ਬਖਸ਼ਿਸ਼ ਕਿਰਪਾ ਉਸ ਵੇਲੇ ਹੋਈ ਜਦੋਂ ਸਾਨੂੰ ਭੁੱਲਿਆਂ ਨੂੰ ਮਾਰਗ ਦੱਸਣ ਵਾਸਤੇ ਵਾਹਿਗੁਰੂ ਨੇ ਆਪਣਾ ਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ। ਆਪ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰਨ ਕਰਕੇ ਅੰਮ੍ਰਿਤ ਬਾਣੀ ਰਸਨਾ ਤੋਂ ਉਚਾਰਨ ਕਰਕੇ ਸਾਡੇ ਭਲੇ ਦੇ ਵਾਸਤੇ ਉਸ ਜੋਤ ਨੇ 10 ਸਰੀਰ 10 ਸਰੂਪ ਧਾਰਨ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਸਦਾ ਵਾਸਤੇ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਪ੍ਰਗਟ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ 'ਚ ਸਾਡੇ ਜੀਵਨ ਦਾ ਮਨੋਰਥ, ਜੀਵਨ ਦੀ ਸਫਲਤਾ ਦਾ ਮਾਰਗ ਸਾਨੂੰ ਦਰਸਾਇਆ ਹੈ ਕਿ ਜਿੱਥੇ ਇਸ 84 ਲੱਖ ਜੂਨਾਂ ਦੇ ਵਿੱਚ ਮਨੁੱਖ ਨੂੰ ਸਰਦਾਰ ਕਿਹਾ ਗਿਆ ਹੈ, ਸਭ ਤੋਂ ਸ੍ਰੇਸ਼ਟ ਕਿਹਾ ਗਿਆ ਹੈ, ਉੱਥੇ ਉਹੀ ਮਨੁੱਖ ਇਸ ਸੰਸਾਰ ਦੇ ਉੱਤੇ ਪ੍ਰਵਾਨ ਹੋਇਆ ਜਿਸ ਮਨੁੱਖ ਨੇ ਇਸ ਜੀਵਨ ਵਿੱਚ ਆਣ ਕੇ ਇਸ ਨੂੰ ਪ੍ਰਾਪਤ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਿਆ, ਪਰਮਾਤਮਾ ਦੇ ਨਾਮ ਨੂੰ ਜਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਨੇ ਕਿ ਆਇਆ ਸਫਲ ਤਾਹੂ ਕਉ ਗਣੀਐ। ਕਹਿੰਦੇ ਆਏ ਬਹੁਤ ਨੇ, ਗਏ ਵੀ ਬਹੁਤ ਨੇ। ਇਹ ਦੋ ਪਹਿਲੂ ਨੇ ਸੰਸਾਰ ਦੇ, ਇੱਕ ਜਨਮ ਹੈ, ਇੱਕ ਮੌਤ ਹੈ। ਆਗੇ ਦੇਖੂੰ ਡਉ ਜਲੈ, ਪਾਸ਼ੈ ਹਰਿਓ ਅੰਗੂਰ। ਇੱਕ ਪਾਸੇ ਲੋਕ ਜਨਮ ਲੈ ਰਹੇ ਨੇ, ਬੱਚੇ ਜਨਮ ਲੈ ਰਹੇ ਹੈ, ਦੂਜੇ ਪਾਸੇ ਮੌਤ ਹੋ ਰਹੀ ਹੈ। ਪਰ ਇਸ ਆਉਣ ਤੇ ਜਾਣ ਦੀ ਪ੍ਰਕਿਰਿਆ ਦੇ ਵਿੱਚ ਮਹਾਰਾਜ ਕਹਿੰਦੇ ਸਾਰੇ ਸਫਲ ਨਹੀਂ ਹੋਏ, ਸਾਰੇ ਪ੍ਰਵਾਨ ਨਹੀਂ ਹੋਏ। ਸਫਲ ਕਿਹਨਾਂ ਦਾ ਹੋਇਆ? ਕਹਿੰਦੇ ਆਇਆ ਸਫਲ ਤਾਹੂ ਕਉ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ। ਜਿਸ ਨੇ ਹਰੀ ਵਾਹਿਗੁਰੂ ਦਾ ਜਸ ਆਪਣੀ ਰਸਨਾ ਤੋਂ ਉਚਾਰਨ ਕੀਤਾ, ਹਿਰਦੇ 'ਚ ਵਸਾਇਆ, ਆਏ ਬਸੇ ਸਾਧੂ ਕੈ ਸੰਗੇ, ਨਿਰਭਉ ਨਾਮ ਧਿਆਵੈ ਰੰਗੇ। ਕਹਿੰਦੇ ਉਹ ਜੋ ਗੁਰੂ ਚਰਨਾਂ ਵਿੱਚ ਜੁੜ ਬੈਠੇ, ਗੁਰੂ ਨਾਲ ਪਿਆਰ ਪਾਇਆ, ਜਿਨ੍ਹਾਂ ਗੁਰੂ ਪਰਮੇਸ਼ਰ ਦੇ ਗੁਣ ਗਾ ਕੇ ਆਪਣੇ ਹਿਰਦੇ 'ਚ ਧਾਰਨ ਕਰ ਲਏ, ਉਹਨਾਂ ਦਾ ਆਇਆ ਹੋਇਆ ਸੰਸਾਰ ਤੇ ਸਫਲਾ ਹੋਇਆ। ਸੰਸਾਰ ਦੇ ਉੱਤੇ ਉਹ ਆਏ ਹੋਏ ਪ੍ਰਵਾਨ ਹੋ ਗਏ। ਇਸੇ ਤਰ੍ਹਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ 12 ਮਾਹ ਦੀ ਬਾਣੀ 'ਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਉਚਾਰੇ ਕਿ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਜਿਨ੍ਹਾਂ ਜਿਨ੍ਹਾਂ ਨੇ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਉਹਨਾਂ ਦੇ ਸਾਰੇ ਕਾਰਜ ਰਾਸ ਹੋ ਗਏ। ਤੇ ਜਿਨ੍ਹਾਂ ਨੇ ਇਸ ਜੀਵਨ ਨੂੰ ਪ੍ਰਾਪਤ ਕਰਕੇ ਗੁਰੂ ਨੂੰ ਸਿਮਰਿਆ, ਪੂਰੇ ਗੁਰੂ ਨੂੰ ਅਰਾਧਿਆ, ਪੂਰੇ ਗੁਰੂ ਦੇ ਬਚਨਾਂ ਨੂੰ ਕਮਾਇਆ,
ਉਹ ਸਚਿਆਰ ਬਣ ਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਏ, ਖੜੇ ਹੋਏ। ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਆਦਰ ਸਨਮਾਨ ਮਿਲਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਸਾ ਦੀ ਵਾਰ ਦੇ ਅੰਦਰ ਵੀ ਉਹਨਾਂ ਗੁਰਮੁਖਾਂ ਗੁਰਸਿੱਖਾਂ ਦੇ ਪਰਥਾਏ ਬਚਨ ਉਚਾਰਨ ਕੀਤਾ ਹੈ ਕਿ ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ। ਓਨੀ ਮੰਦੈ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਕਹਿੰਦੇ ਜਿਨ੍ਹਾਂ ਨੇ ਸੰਤੋਖ ਨੂੰ ਧਾਰਨ ਕਰਕੇ ਸੱਚ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ ਹੈ, ਜਪਿਆ ਹੈ, ਤੇ ਕਦੇ ਵੀ ਉਹਨਾਂ ਮਾੜੇ ਪਾਸੇ, ਮਨਮਤ ਵਾਲੇ ਪਾਸੇ ਪੈਰ ਨਹੀਂ ਰੱਖਿਆ, ਮਾੜੇ ਰਾਹ ਤੇ ਨਹੀਂ ਤੁਰੇ। ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੇ ਗੁਰੂ ਦੇ ਮਾਰਗ ਤੇ ਚੱਲ ਕੇ ਉਹਨਾਂ ਨੇ ਮਾਇਆ ਮੋਹ ਵਿਸ਼ੇ ਵਾਸ਼ਨਾ ਵਿਕਾਰਾਂ ਦੇ ਬੰਧਨਾਂ ਨੂੰ ਤੋੜ ਲਿਆ। ਤੇ ਜਿਨ੍ਹਾਂ ਨੇ ਉਹ ਵਿਕਾਰਾਂ ਦੇ ਬੰਧਨਾਂ ਨੂੰ ਤੋੜ ਲਿਆ, ਕਹਿੰਦੇ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ, ਚੜੇ ਸਵਾਇਆ ਵਡਿਆਈ ਵੱਡਾ ਪਾਇਆ। ਉਹਨਾਂ ਪਰਮਾਤਮਾ ਵੱਡੇ ਦੀਆਂ ਵਡਿਆਈਆਂ ਕਰਕੇ, ਸੇਵਾ ਕਰਕੇ ਉਸ ਵੱਡੇ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ। ਸਾਧ ਸੰਗਤ, ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਇਹਨਾਂ ਬਾਣੀ ਦੀਆਂ ਪੰਕਤੀਆਂ ਦੀਆਂ ਇੱਕ ਇੱਕ ਪਲ ਜਿਹੜਾ ਉਹਨਾਂ ਦਾ ਜੀਵਨ ਹੈ ਉਹ ਵਿਆਖਿਆ ਆਪਾ ਸਮਰਪਿਤ ਕਰਕੇ, ਤਨ ਮਨ ਅਰਪਣ ਕਰਕੇ, ਗੁਰੂ ਵਾਲੇ ਹੋ ਕੇ ਗੁਰੂ ਦੀ ਭੈ ਭਾਵਨੀ ਵਿੱਚ ਆਪਣਾ ਜੀਵਨ ਬਸਰ ਕਰਨਾ ਹੈ। ਉਹ ਸਾਰੀ ਪਰਿਭਾਸ਼ਾ ਜਿਹੜੀ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਸਾਨੂੰ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਪ੍ਰਤੱਖ ਮਿਲਦੀ ਹੈ। ਜਿਨ੍ਹਾਂ ਨੇ 12 ਸਾਲ ਦੀ ਉਮਰ ਦੇ ਵਿੱਚ ਇਸ ਸੰਸਾਰ ਦੇ ਪਦਾਰਥਾਂ ਨੂੰ ਮਿਥਿਆ ਜਾਣ ਕੇ, ਜੀਵਨ ਨੂੰ ਛਿਨ ਭੰਗਰ ਜਾਣ ਕੇ, ਮੌਤ ਦੀ ਅਟਲ ਸਚਾਈ ਨੂੰ ਸਮਝ ਕੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ, ਮੌਤ ਦਾ ਕੀ ਪਤਾ ਕਿਹੜੀ ਉਮਰ ਦੇ ਵਿੱਚ ਆ ਜਾਣੀ ਹੈ, ਮੇਰੇ ਮਨ ਦੇ ਵਿੱਚ ਮੌਤ ਦਾ ਭੈ ਹੈ। ਇਸ ਕਰਕੇ ਆਪ ਜੀ ਕਿਰਪਾ ਕਰੋ, ਕੋਈ ਐਸਾ ਗੁਰਮਤਿ ਦਾ ਉਪਦੇਸ਼ ਦਵੋ, ਨਾਮ ਦੀ ਬਖਸ਼ਿਸ਼ ਕਰੋ, ਜਿਹਦੇ ਨਾਲ ਮਨ ਦੇ ਵਿੱਚੋਂ ਮੌਤ ਦਾ ਭੈ ਕੱਟਿਆ ਜਾਵੇ। ਸਤਿਗੁਰੂ ਜੀ ਦੇ ਇਹ ਪਿਰਾਗ ਮਹਾਰਾਜ ਨੇ ਜਦੋਂ ਇਸ ਬਾਲਕ ਦੇ ਪ੍ਰੇਮ ਤੇ ਵਿਰਾਗ ਦੇ ਬਚਨ ਸੁਣੇ ਤੇ ਗੁਰੂ ਸਾਹਿਬ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ ਤੇ ਬਾਬਾ ਬੁੱਢਾ ਸਾਹਿਬ ਜੀ ਦਾ 12 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ ਸਾਧ ਸੰਗਤ। ਉਹ ਸਰੀਰਕ ਮਿਲਾਪ ਨਾ ਹੋ ਕੇ ਆਤਮਿਕ ਮਿਲਾਪ ਹੋ ਨਿਬੜਿਆ ਤੇ ਉਸ ਦਿਨ ਤੋਂ ਲੈ ਕੇ ਆਪਣੇ ਜੀਵਨ ਦਾ ਆਖਰੀ ਸਾਹ ਵੀ ਉਹਨਾਂ ਗੁਰੂ ਜੀ ਦੇ ਹੁਕਮ ਦੇ ਵਿੱਚ ਬਤੀਤ ਕੀਤਾ। ਕਿਉਂਕਿ ਦੋ ਤਰ੍ਹਾਂ ਦਾ ਸਾਧ ਸੰਗਤ ਜੀ ਮਿਲਾਪ ਹੁੰਦਾ ਏ। ਇੱਕ ਮਿਲਾਪ ਸਾਡੇ ਸਰੀਰ ਦਾ ਮਿਲਾਪ ਹੈ, ਜਿਸ ਦੁਆਰਾ ਆਪਾਂ ਸਰੀਰ ਕਰਕੇ ਮਿਲੇ ਹਾਂ ਆਪਣੇ ਭੈਣ ਭਰਾਵਾਂ ਨੂੰ, ਸਾਕ ਸੰਬੰਧੀਆਂ ਨੂੰ, ਮਾਤਾ ਪਿਤਾ ਨੂੰ। ਸਰੀਰ ਕਰਕੇ ਆਪਾਂ ਜਿਸ ਦੇ ਨਾਲ ਵੀ ਮਿਲੇ ਆ ਉਹਨਾਂ ਦੇ ਨਾਲੋਂ ਇੱਕ ਦਿਨ ਜ਼ਰੂਰ ਵਿਛੜਨਾ ਹੈ। ਪਰ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਸੁਰਤ ਕਰਕੇ ਪਰਮਾਤਮਾ ਨਾਲ ਮਿਲ ਜਾਂਦਾ ਹੈ ਆਤਮਿਕ ਤੌਰ ਤੇ, ਉਹ ਫਿਰ ਕਦੀ ਵੀ ਵਾਹਿਗੁਰੂ ਦੇ ਨਾਲੋਂ ਵਿਛੜਦਾ ਨਹੀਂ ਹੈ, ਗੁਰੂ ਨਾਲੋਂ ਉਹਦਾ ਵਿਛੋੜਾ ਨਹੀਂ ਪੈਂਦਾ। ਉਹ ਗੁਰੂ ਗੁਰੂ ਜਪ ਕੇ ਗੁਰੂ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਨੇ ਬਾਣੀ ਵਿੱਚ ਬਚਨ ਕਹੇ ਨੇ, ਮਿਲੈ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ। ਕਿ ਜਿਹੜਾ ਅੰਦਰ ਆਤਮੇ ਮਨ ਕਰਕੇ ਗੁਰੂ ਨੂੰ ਮਿਲ ਜਾਂਦਾ ਏ ਨਾ,
ਅਸਲ ਦੇ ਵਿੱਚ ਉਹੀ ਮਿਲਿਆ ਹੋਇਆ ਹੈ। ਤੋ ਸਾਧ ਸੰਗਤ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਤੋਂ ਸਾਨੂੰ ਸਭ ਤੋਂ ਪਹਿਲੀ ਪ੍ਰੇਰਨਾ ਇਹੀ ਮਿਲਦੀ ਹੈ ਕਿ ਆਪਾਂ ਜਦੋਂ ਵੀ ਸਾਡੇ ਜ਼ਿੰਦਗੀ ਵਿੱਚ ਧਰਮ ਕਮਾਉਣ ਦੀ ਗੱਲ ਆਉਂਦੀ ਹੈ, ਨਾਮ ਜਪਣ ਦੀ ਗੱਲ ਆਉਂਦੀ ਹੈ, ਬਾਣੀ ਪੜ੍ਹਨ ਦੀ ਗੱਲ ਆਉਂਦੀ ਹੈ, ਗੁਰੂ ਵਾਲੇ ਬਣਨ ਦੀ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੀ ਗੱਲ ਆਉਂਦੀ ਹੈ, ਤੇ ਆਪਾਂ ਇਹੀ ਕਹਿੰਦੇ ਆ ਵੀ ਅਜੇ ਤੇ ਬੜਾ ਸਮਾਂ ਪਿਆ ਹੈ, ਅਜੇ ਤੇ ਸਾਡਾ ਜਵਾਨੀ ਦਾ ਵੇਲਾ ਏ, ਖਾਣ ਪੀਣ ਦੇ ਦਿਨ ਨੇ, ਆ ਬੱਚੇ ਦਾ ਵਿਆਹ ਕਰ ਲਈਏ ਫਿਰ ਅੰਮ੍ਰਿਤ ਛਕ ਲਵਾਂਗੇ, ਆ ਲੜਕੀ ਦਾ ਵਿਆਹ ਕਰ ਲਈਏ ਫਿਰ ਇਸ ਪਾਸੇ ਜੁੜਾਂਗੇ। ਜਦ ਕਿ ਗੁਰੂ ਦਾ ਕੋਈ ਵੀ ਕਾਰਜ ਜਿਹੜਾ ਹੈ ਨਾ, ਗੁਰੂ ਦਾ ਹੁਕਮ, ਉਹਨੂੰ ਕਮਾਉਣ ਦੇ ਨਾਲ ਨਾ ਸਾਡੇ ਧੀਆਂ ਪੁੱਤਰਾਂ ਦੇ ਵਿਆਹ ਕਾਰਜਾਂ ਵਿੱਚ ਕੋਈ ਅੜਚਣ ਆਵੇਗੀ, ਨਾ ਕੋਈ ਸੰਸਾਰੀ ਕਾਰਜ ਕਰਦੇ ਅੜਚਣ ਆਵੇਗੀ। ਸਗੋਂ ਜੇ ਗੁਰੂ ਦੇ ਹੋ ਕੇ, ਗੁਰੂ ਵਾਲੇ ਬਣ ਕੇ ਆਪਾਂ ਉਹ ਕਾਰਜ ਕਰਾਂਗੇ ਤੇ ਉਹਨਾਂ ਕਾਰਜਾਂ ਦੇ ਵਿੱਚ ਗੁਰੂ ਸਾਡਾ ਆਪ ਸਹਾਈ ਹੁੰਦਾ ਏ। ਤੇ ਜਿਹੜੇ ਉਹ ਕਾਰਜ ਅਸੀਂ ਮਨਮਤ ਕਰਦੇ ਹੋਏ ਤੇ ਕਈ ਤਰ੍ਹਾਂ ਦੀਆਂ ਸ਼ਰਾਬਾਂ, ਨਸ਼ੇ ਵਰਤਾਉਂਦੇ ਆ, ਨਾਚ ਗਾਣਾ, ਪੈਲਸਾਂ ਵਿੱਚ ਡਾਂਸਰਾਂ ਨਚਾਉਂਦੇ ਆ, ਜਿਹੜੇ ਕਿ ਇੱਕ ਗੁਰਸਿੱਖ ਨੂੰ ਕਦੀ ਵੀ ਸ਼ੋਭਾ ਨਹੀਂ ਦਿੰਦੇ, ਜਿਸ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਵੀ ਤੁਹਾਡੀ ਉਮਰ ਬੱਚਿਆਂ ਵਾਲੀ ਹੈ ਪਰ ਗੱਲਾਂ ਬਜ਼ੁਰਗਾਂ ਵਾਲੀਆਂ ਨੇ, ਕਿਉਂਕਿ ਬਜ਼ੁਰਗੀ ਸਿਆਣਪ ਉਮਰ ਵਿੱਚ ਨਹੀਂ, ਵਿਚਾਰ ਦੇ ਵਿੱਚ ਹੁੰਦੀ ਹੈ, ਮਨੁੱਖ ਦੇ ਕਰਮ ਵਿੱਚ ਹੁੰਦੀ ਹੈ। ਉਹ ਮਨਮਤ ਵਾਲੇ ਕਰਮ ਛੱਡ ਕੇ ਜਦੋਂ ਆਪਾਂ ਆਪਣੇ ਆਨੰਦ ਕਾਰਜ, ਵਿਆਹ ਕਾਰਜ, ਹੋਰ ਸਾਰੇ ਗੁਰਮਤ ਦੇ ਅਨੁਸਾਰ ਕਰਾਂਗੇ ਤੇ ਜਿੱਥੇ ਗੁਰੂ ਸਾਹਿਬ ਜੀ ਆਪ ਸਹਾਈ ਹੋਣਗੇ, ਉੱਥੇ ਉਹ ਕਾਰਜਾਂ ਦੇ ਵਿੱਚ ਸਾਨੂੰ ਬਹੁਤ ਆਨੰਦ ਵੀ ਪ੍ਰਾਪਤ ਹੋਵੇਗਾ। ਜਿੱਥੇ ਅਸੀਂ ਇਹ ਗੱਲ ਕਹਿੰਦੇ ਆ ਵੀ ਧਰਮ ਨੂੰ ਬੁਢੇਪੇ ਦੇ ਵਿੱਚ ਜਾ ਕੇ ਕਮਾਵਾਂਗੇ, ਨਾਮ ਜਪਾਂਗੇ, ਅੰਮ੍ਰਿਤ ਛਕਾਂਗੇ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਿਲਕੁਲ ਇਸ ਦੇ ਵਿਪਰੀਤ ਸਾਨੂੰ ਉਪਦੇਸ਼ ਦਿੰਦੀ ਹੈ ਕਿ ਭਾਈ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਣੀ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਕਹਿੰਦੇ ਜਿੰਨਾ ਚਿਰ ਤੇਰੇ ਤੇ ਬੁਢੇਪਾ ਨਹੀਂ ਆ ਜਾਂਦਾ, ਤੇਰੀ ਰਸਨਾ ਬੋਲਦੀ ਹੈ, ਤੂੰ ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰ ਸਕਦਾ ਏ, ਪੈਰਾਂ ਨਾਲ ਸਾਧ ਸੰਗਤ ਚੱਲ ਕੇ ਜਾ ਸਕਦਾ ਏ, ਕੰਨਾਂ ਨਾਲ ਗੁਰੂ ਦੀ ਬਾਣੀ ਸੁਣ ਸਕਦਾ ਏ, ਉਹਨਾਂ ਚਿਰ ਵਾਹਿਗੁਰੂ ਦਾ ਨਾਮ ਜਪ। ਕਿਉਂਕਿ ਜੇ ਹੁਣ ਤੂੰ ਪਰਮਾਤਮਾ ਨੂੰ ਨਾ ਭਜਿਆ, ਹੁਣ ਨਾ ਭਜਨ ਬੰਦਗੀ ਵਿੱਚ ਜੁੜਿਆ, ਤੇ ਜਦੋਂ ਅੰਤਲਾ ਸਮਾਂ ਤੇਰੇ ਤੇ ਆ ਗਿਆ, ਉਦੋਂ ਫਿਰ ਤੇਰੇ ਕੋਲੋਂ ਇਹ ਵਾਹਿਗੁਰੂ ਦਾ ਨਹੀਂ ਜਪਿਆ ਜਾ ਸਕਣਾ। ਉਦੋਂ ਤੇ ਇਹ ਅਵਸਥਾ ਬਣ ਜਾਣੀ ਹੈ, ਨੈਣੋ ਨੀਰ ਬਹਿ ਤਨ ਕੀਨਾ ਭਏ, ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਤਾਂ ਸਾਧ ਸੰਗਤ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਭਾਈ ਵੀਰ ਸਿੰਘ ਜੀ ਦੇ ਅਨੁਸਾਰ ਬਾਬਾ ਬੁੱਢਾ ਜੀ ਨੇ ਇਹੀ ਬੇਨਤੀ ਕੀਤੀ ਕਿ ਚਰਨੀ ਲਾਏ ਬਚਾਵੋ ਬੱਚਾ, ਹੇ ਸਤਿਗੁਰ ਸੁਖਦਾਈ, ਸ਼ਰਨ ਆਪ ਦੀ ਸਭ ਤੋਂ ਵੱਡੀ, ਸਤਿਗੁਰ ਦਾਸ ਤਕਾਈ। ਸਤਿਗੁਰੂ ਮਹਾਰਾਜ ਆਪ ਦੀ ਸ਼ਰਨ ਸਭ ਤੋਂ ਵੱਡੀ ਹੈ ਤੇ ਮੈਂ ਆਪ ਦੇ ਚਰਨਾਂ ਦਾ ਓਟ ਆਸਰਾ ਤੱਕਿਆ ਏ, ਮੈਨੂੰ ਚਰਨੀ ਲਾ ਕੇ ਬਚਾਵੋ। ਉਸ ਦਿਨ ਤੋਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਚਰਨਾਂ ਵਿੱਚ ਜੁੜੇ ਤੇ 6 ਪਾਤਸ਼ਾਹੀਆਂ ਤੱਕ ਸਤਿਗੁਰੂ ਜੀ ਦੇ ਘਰ ਵਿੱਚ ਹਰ ਤਰ੍ਹਾਂ ਦੀ ਸੇਵਾ ਉਹਨਾਂ ਕੀਤੀ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੇਵਾਵਾਂ ਨਿਭਾਈਆਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕੀਤੀ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਜਿਸ ਵੇਲੇ ਖਡੂਰ ਸਾਹਿਬ ਦੀ ਧਰਤੀ ਤੇ ਮਾਈ ਵਿਰਾਈ ਜੀ ਦੇ ਘਰ ਵਿੱਚ ਆ ਗਏ ਤਾਂ ਸੰਗਤਾਂ ਨੂੰ ਕੁਝ ਸਮਾਂ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਏ ਤਾਂ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਬੁੱਢਿਆ ਤੈਥੋਂ ਓਲੇ ਨਾ ਹੋਸਾਂ, ਅਸੀਂ ਕਿਸੇ ਰੂਪ ਚ ਹੋਈਏ, ਕਿਸੇ ਵੀ ਸਵਰੂਪ ਚ ਹੋਈਏ, ਪਰ ਤੁਹਾਡੇ ਤੋਂ ਕਦੀ ਓਲੇ ਨਹੀਂ ਹੋਵਾਂਗੇ, ਤੁਹਾਡੇ ਸਾਹਮਣੇ ਸਦਾ ਪ੍ਰਗਟ ਹੋਵਾਂਗੇ।
ਕਿਰਪਾ ਕਰਕੇ ਸਾਨੂੰ ਗੁਰੂ ਜੀ ਦੇ ਦਰਸ਼ਨ ਕਰਾਵੋ। ਸੰਗਤਾਂ ਦੀ ਬੇਨਤੀ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਨਾਲ ਲੈ ਕੇ ਸ਼ਬਦ ਗਾਇਨ ਕਰਦੇ ਹੋਏ ਖਡੂਰ ਸਾਹਿਬ ਦੀ ਧਰਤੀ ਤੇ ਗਏ ਤੇ ਉੱਥੇ ਜਾ ਕੇ ਸਾਧ ਸੰਗਤ ਜੀ ਮਹਾਰਾਜ ਜੀ ਜਿੱਥੇ ਬਿਰਾਜੇ ਸਨ ਮਾਈ ਵਿਰਾਈ ਜੀ ਦੇ ਘਰ ਵਿੱਚ ਉੱਥੇ ਪਹੁੰਚ ਗਏ ਨੇ। ਮਾਤਾ ਜੀ ਨੂੰ ਜਦੋਂ ਪੁੱਛਿਆ ਵੀ ਗੁਰੂ ਸਾਹਿਬ ਜੀ ਆਪ ਜੀ ਦੇ ਗ੍ਰਹਿ ਵਿਖੇ ਬਿਰਾਜਮਾਨ ਨੇ, ਤਾਂ ਮਾਤਾ ਜੀ ਨੇ ਨਾਂ ਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕਿ ਸਾਡੇ ਬਾਰੇ ਕਿਸੇ ਨੂੰ ਦੱਸਣਾ ਨਹੀਂ। ਇਸ ਕਰਕੇ ਗੁਰੂ ਜੀ ਦਾ ਹੁਕਮ ਮੋੜਦਿਆਂ ਨਾਂ ਤੇ ਦੱਸਿਆ ਨਾ। ਬਾਬਾ ਬੁੱਢਾ ਜੀ ਦੇ ਸਾਹਮਣੇ ਝੂਠ ਬੋਲਿਆ ਤੇ ਚੁੱਪ ਕੀਤੇ ਰਹੇ ਤੇ ਬਾਬਾ ਬੁੱਢਾ ਜੀ ਨੇ ਜਾਣ ਲਿਆ ਕਿ ਮਾਈ ਵਿਰਾਈ ਜੀ ਦੇ ਉੱਤੇ ਜਿਹੜੀ ਬਖਸ਼ਿਸ਼ ਗੁਰੂ ਦੀ ਵਰਤ ਰਹੀ ਹੈ, ਉਹਨਾਂ ਦੇ ਚਿਹਰੇ ਦਾ ਪ੍ਰਤਾਪ ਨੂਰ ਦੱਸਦਾ ਏ ਗੁਰੂ ਇੱਥੇ ਹੀ ਹੈ। ਸਾਰੀ ਸੰਗਤ ਨੂੰ ਹੁਕਮ ਬਚਨ ਕੀਤੇ ਕਿ ਤੁਸੀਂ ਕੀਰਤਨ ਕਰੋ ਤੇ ਜਾਪ। ਬਾਬਾ ਬੁੱਢਾ ਜੀ ਉਸ ਕਮਰੇ 'ਚ ਗਏ ਜਿੱਥੇ ਗੁਰੂ ਅੰਗਦ ਸਾਹਿਬ ਜੀ ਬਿਰਾਜੇ ਸਨ। ਜਾ ਕੇ ਨਮਸਕਾਰ ਕਰਕੇ ਹੱਥ ਜੋੜ ਬੇਨਤੀ ਕੀਤੀ, ਮਹਾਰਾਜ ਸਾਨੂੰ ਦਰਸ਼ਨ ਦਿਓ। ਤਾਂ ਆਪ ਸੰਗਤਾਂ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ। ਸੰਗਤਾਂ ਆਪ ਦੇ ਦਰਸ਼ਨਾਂ ਤੋਂ ਬਗੈਰ ਬਹੁਤ ਵਿਆਕੁਲ ਨੇ। ਤੋ ਸਾਧ ਸੰਗਤ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਸੁਣ ਕੇ ਕਮਰੇ ਵਿੱਚੋਂ ਬਾਹਰ ਆਏ। ਸਾਰੀ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਸਤਿਗੁਰੂ ਮਹਾਰਾਜ ਜੀ ਨੇ ਨਿਹਾਲ ਕੀਤਾ। ਸਾਰੀਆਂ ਸੰਗਤਾਂ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ, ਆਪ ਜੀ ਮੇਰੇ ਪ੍ਰਤੀ ਵੀ ਕੋਈ ਉਪਦੇਸ਼ ਬਖਸ਼ਿਸ਼ ਕਰੋ ਤਾਂ ਕਿ ਮੇਰਾ ਵੀ ਕਲਿਆਣ ਹੋਵੇ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ 63 ਸ਼ਲੋਕ ਜਿਹੜੇ ਹਨ ਗੁਰੂ ਅੰਗਦ ਸਾਹਿਬ ਜੀ ਦੇ ਦਰਜ ਨੇ। ਉਹਨਾਂ ਵਿੱਚੋਂ ਇੱਕ ਸ਼ਲੋਕ ਬਾਬਾ ਬੁੱਢਾ ਸਾਹਿਬ ਜੀ ਨੂੰ ਮੁਖਾਤਬ ਹੋ ਕੇ ਉਚਾਰਨ ਕੀਤਾ ਕਿ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਨੇ ਦੀਖਿਆ ਦਾ ਭਾਵ ਹੈ ਉਪਦੇਸ਼ ਦੇ ਕੇ ਸੱਚ ਨੂੰ ਸਮਝਾ ਦਿੱਤਾ ਹੈ, ਸੱਚ ਦੀ ਸੋਝੀ ਬਖਸ਼ ਦਿੱਤੀ ਹੈ। ਜਿਹੜੇ ਪੂਰੇ ਗੁਰੂ ਦੀ ਸਿੱਖਿਆ ਦੁਆਰਾ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਪਰਮਾਤਮਾ 'ਚ ਸਮਾ ਗਏ, ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਹੈ। ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿਨ ਕੋ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦਿਓ। ਕਹਿੰਦੇ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਹੈ ਨਾ, ਉਹਨਾਂ ਨੂੰ ਕਿਸੇ ਹੋਰ ਦੂਜੇ ਉਪਦੇਸ਼ ਦੀ ਲੋੜ ਹੀ ਨਹੀਂ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਉਪਦੇਸ਼ ਸਾਨੂੰ ਦਿੱਤਾ ਹੈ ਨਾ, ਉਹ ਸਿਖਰ ਦਾ ਉਪਦੇਸ਼ ਹੈ, ਸਭ ਤੋਂ ਉੱਚਾ ਉਪਦੇਸ਼ ਹੈ। ਇਹਦੇ ਤੋਂ ਉੱਪਰ ਇਹ ਰੂਹਾਨੀਅਤ ਦਾ ਸਿਖਰ ਹੈ, ਕੋਈ ਦੂਜੀ ਬਾਤ ਨਹੀਂ ਹੈ। ਇਸ ਕਰਕੇ ਕਹਿੰਦੇ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਹੈ ਨਾ, ਉਹਨਾਂ ਨੂੰ ਹੋਰ ਉਪਦੇਸ਼ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਗੁਰੂ ਨੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਪੜ੍ਹੀਏ, ਉਹ ਤੇ ਇੱਥੋਂ ਤੱਕ ਬਚਨ ਲਿਖ ਦਿੰਦੇ ਨੇ। ਉਹਨਾਂ ਨੇ ਕੁਝ ਉਦਾਹਰਨਾਂ ਦੇ ਕੇ ਸਾਧ ਸੰਗਤ ਜੀ ਸਮਝਾਇਆ, ਜਦੋਂ ਆਪਾਂ ਗੁਰੂ ਦਾ ਮਾਰਗ ਛੱਡ ਕੇ ਗੁਰੂ ਦਾ ਦੱਸਿਆ ਹੋਇਆ ਰਾਹ ਛੱਡ ਕੇ ਇੱਧਰ ਉੱਧਰ ਸੱਜੇ ਖੱਬੇ ਭਟਕਦੇ ਆ ਨਾ, ਤੇ ਭਾਈ ਗੁਰਦਾਸ ਜੀ ਕਹਿੰਦੇ ਕੁਝ ਆ ਜਾਨਵਰਾਂ ਤੋਂ ਜੀਵਾਂ ਤੋਂ ਸਿੱਖਿਆ ਲੈ ਲਾ। ਉਹਨਾਂ ਇੱਕ ਕੀੜੀ ਦੀ ਉਦਾਹਰਣ ਦਿੱਤੀ। ਸਭ ਤੋਂ ਪਹਿਲਾਂ ਕਹਿੰਦੇ ਕਦੀ ਕੀੜੀਆਂ ਵੱਲ ਵੇਖ, ਜਦੋਂ ਕੀੜੀਆਂ ਚੱਲਦੀਆਂ ਨੇ ਨਾ, ਇੱਕ ਕੀੜੀ ਅੱਗੇ ਚੱਲਦੀ ਹੈ ਤੇ ਬਾਕੀ ਸਾਰੀਆਂ ਕੀੜੀਆਂ ਇੱਕ ਰਸ ਉਹਨਾਂ ਦੇ ਮਗਰ ਉਹਦੇ ਮਗਰ ਚੱਲਦੀਆਂ ਨੇ। ਕੀੜੀਆਂ ਨੂੰ ਇੰਨਾ ਪਤਾ ਹੈ ਕਿ ਮੇਰਾ ਆਗੂ ਜਿਹੜੀ ਕੀੜੀ ਹੈ ਮੈਂ ਉਹਦੇ ਮਗਰ ਚੱਲਣਾ, ਤੇ ਸਾਰੀਆਂ ਕੀੜੀਆਂ ਇੱਕ ਕੀੜੀ ਦੇ ਮਗਰ ਚੱਲ ਰਹੀਆਂ ਨੇ। ਕਹਿੰਦੇ ਜੈਸੇ ਏਕ ਚੀਟੀ ਪਾਸ਼ੇ ਕੋਟ ਚੀਟੀ ਚਲੀ ਜਾਤ, ਇੱਕ ਟਗ ਮੱਗ ਡਗ ਮੱਗ ਸਾਵਧਾਨ ਹੈ। ਕਹਿੰਦੇ ਇੱਕ ਕੀੜੀ ਪਿੱਛੇ ਕਈ ਕੀੜੀਆਂ ਇੱਕ ਰਸਤੇ ਤੇ ਚੱਲ ਰਹੀਆਂ ਨੇ। ਫਿਰ ਦੂਜੀ ਉਦਾਹਰਣ ਦੇ ਕੇ ਕਹਿੰਦੇ ਕਦੀ ਆਕਾਸ਼ ਵਿੱਚ ਝਾਤੀ ਮਾਰੀਏ ਤੇ ਆਕਾਸ਼ ਵਿੱਚ ਕੂੰਜਾਂ ਉੱਡਦੀਆਂ ਜਾਂਦੀਆਂ ਹੋਣ, ਇੱਕ ਕੂੰਜ ਅੱਗੇ ਲੱਗੀ ਹੁੰਦੀ ਹੈ ਤੇ ਬਾਕੀ ਸਾਰੀਆਂ ਕੂੰਜਾਂ ਇੱਕ ਡਿਸਪਲਨ ਦੇ ਵਿੱਚ ਉਸ ਕੂੰਜ ਦੇ ਮਗਰ ਲੱਗੀਆਂ ਹੁੰਦੀਆਂ ਨੇ। ਉਹਨਾਂ ਨੇ ਵੀ ਆਪਣਾ ਇੱਕ ਆਗੂ ਮਿਥਿਆ ਹੋਇਆ ਹੈ। ਕਹਿੰਦੇ ਜੈਸੇ ਕੂੰਜ ਪਾਂਤ ਭਲੀ ਪਾਂਤ ਸ਼ਾਂਤ ਸਹਿਜ ਮੈਂ, ਉਡਤ ਆਕਾਸ਼ ਚਾਰੀ ਆਗੇ ਅਗਵਾਨ ਹੈ।
ਕੂੰਜਾਂ ਉੱਡ ਰਹੀਆਂ ਨੇ, ਇੱਕ ਆਗੂ ਉਹਨਾਂ ਦੇ ਅੱਗੇ ਲੱਗਾ ਏ ਤੇ ਬਾਕੀ ਸਾਰੀਆਂ ਕੂੰਜਾਂ ਉਹਦੇ ਮਗਰ ਜਾ ਰਹੀਆਂ ਨੇ। ਤੀਜੀ ਉਦਾਹਰਣ ਦਿੱਤੀ, ਕਹਿੰਦੇ ਜੈਸੇ ਮ੍ਰਿਗ ਮਾਲ ਚਾਲ ਚਲਤ ਟਹਿਲਤ ਨਾਹੇ, ਜਤਰ ਤਤਰ ਅਗਰ ਭਾਗੀ ਰਮਤ ਤਤ ਧਿਆਨ ਹੈ। ਕਹਿੰਦੇ ਆ ਮਿਰਗਾਂ ਦਾ ਝੁੰਡ ਕਦੀ ਵੇਖੀਏ ਤੇ ਇੱਕ ਮਿਰਗ ਅੱਗੇ ਤੁਰਦਾ ਏ, ਜਿੱਧਰ ਨੂੰ ਇੱਕ ਮਿਰਗ ਜਾਂਦਾ ਏ ਮਗਰ ਮਗਰ ਉਹਦੇ ਸਾਰੇ ਮਿਰਗ ਤੁਰੇ ਜਾ ਰਹੇ ਨੇ। ਕਹਿਣ ਲੱਗੇ ਭਾਈ ਗੁਰਦਾਸ ਜੀ ਕਿ ਵੇਖ ਭਾਈ, ਜੇ ਕੀੜੀ ਆਪਣੇ ਆਗੂ ਦੇ ਮਗਰ ਲੱਗ ਕੇ ਚੱਲ ਰਹੀ ਹੈ, ਜੇ ਉੱਡਦੀ ਹੋਈ ਕੂੰਜ ਆਪਣੇ ਆਗੂ ਦੇ ਮਗਰ ਚੱਲ ਰਹੀ ਹੈ, ਜੇ ਮਿਰਗਾਂ ਦਾ ਝੁੰਡ ਆਪਣੇ ਆਗੂ ਦੇ ਮਗਰ ਚੱਲ ਰਿਹਾ ਏ, ਚੀਟੀ ਖੱਗ ਮ੍ਰਿਗ ਸਨਮੁਖ ਪਾਛੇ ਜਾਹੇ, ਪ੍ਰਾਣੀ ਗੁਰ ਪੰਥ ਛੱਡ ਚਲਤ ਅਗਿਆਨ ਹੈ। ਜੇ ਇਹ ਜੀਵ ਆਪਣੇ ਆਗੂ ਦੇ ਮਗਰ ਚੱਲ ਰਹੇ ਨੇ ਤੇ ਜੇ ਇਸ ਪ੍ਰਾਣੀ ਨੇ ਆਪਣੇ ਗੁਰੂ ਦਾ ਪੰਥ, ਗੁਰੂ ਦਾ ਮਾਰਗ ਛੱਡ ਦਿੱਤਾ ਤੇ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਫਿਰ ਇਹ ਅਗਿਆਨੀ ਹੈ, ਇਹ ਭਰਮ ਵਸ ਹੈ ਤੇ ਗੁਰੂ ਦਾ ਪੰਥ ਛੱਡ ਕੇ ਇੱਧਰ ਉੱਧਰ ਭਟਕਿਆਂ ਇਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ। ਕਿਉਂਕਿ ਅੱਜ ਧਰਮ ਦੇ ਨਾਮ ਦੇ ਉੱਤੇ ਸਾਧ ਸੰਗਤ ਜੀ ਬਹੁਤ ਜ਼ਿਆਦਾ ਗੁੰਮਰਾਹ ਕੀਤਾ ਜਾ ਰਿਹਾ। ਧਰਮ ਦਾ ਅਰਥ ਹੁੰਦਾ ਹੈ ਰੱਬੀ ਗੁਣਾਂ ਨੂੰ ਧਾਰਨ ਕਰਕੇ ਪਰਮਾਤਮਾ ਦੀ ਰਚਾ ਦੇ ਵਿੱਚ ਚੱਲਦਿਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਕੇ ਉਹਦੇ ਨਾਲ ਸਾਂਝ ਪਾਉਣੀ, ਸੱਚ ਨਾਲ ਜੁੜਨਾ। ਪਰ ਅੱਜ ਧਰਮ ਦੇ ਨਾਂ ਤੇ ਕਿਤੇ ਤੇ ਲਾਲਚ ਦੇ ਕੇ ਤਬਦੀਲ ਕਰਨ ਦਾ ਯਤਨ ਕੀਤਾ ਜਾ ਰਿਹਾ, ਕਿਤੇ ਭੂਤਾਂ ਪ੍ਰੇਤਾਂ ਦਾ ਡਰਾਵਾ ਦੇ ਕੇ ਤੇ ਉਹ ਭੂਤ ਕੱਢਣ ਦੇ ਬਹਾਨੇ ਨਾਲ ਤੁਹਾਨੂੰ ਗੁੰਮਰਾਹ ਕਰ ਰਹੇ ਨੇ। ਕਿਤੇ ਕਿਹਾ ਜਾ ਰਿਹਾ ਤੁਹਾਡੀਆਂ ਕੈਂਸਰਾਂ ਠੀਕ ਕਰ ਦਵਾਂਗੇ, ਤੁਹਾਡੀਆਂ ਟੀਵੀਆਂ ਕੱਢ ਦਵਾਂਗੇ, ਤੇ ਉਹ ਪਖੰਡੀ ਜਿਹੜੇ ਪਾਸਟਰ ਹੈ ਫੂਕਾਂ ਵੀ ਮਾਰਦੇ ਐ, ਕਿਤੇ ਫਾਇਰ ਮਾਰਦੇ, ਕਿਤੇ ਅੱਗ ਮਾਰਦੇ, ਕਈ ਤਰ੍ਹਾਂ ਦੇ ਜਿੱਦਾਂ ਫਿਲਮਾਂ 'ਚ ਨਾਟਕ ਹੁੰਦੇ ਆ ਨਾ, ਇਸ ਤਰ੍ਹਾਂ ਦਾ ਨਾਟਕ ਸਾਰਾ ਰਚਿਆ ਹੋਇਆ। ਪਰ ਜੇ ਸੱਚਮੁੱਚ ਹੀ ਕੋਈ ਸਚਾਈ ਹੋਵੇ ਤੇ ਮੈਂ ਅਕਸਰ ਬੇਨਤੀ ਕਰਦਾ ਹੁੰਨਾ, ਭਾਈ ਦੁਨੀਆ ਦੇ ਵਿੱਚ ਇੰਨੀ ਦੁਨੀਆ ਕੁਰਲਾਟ ਹਸਪਤਾਲਾਂ ਦੇ ਹਸਪਤਾਲ ਭਰੇ ਪਏ ਆ, ਇੰਨੇ ਡਾਕਟਰ, ਇੰਨੀਆਂ ਨਰਸਾਂ ਤੇ ਲੱਖਾਂ ਕਰੋੜਾਂ ਰੁਪਈਆ ਖਰਚ ਆ ਰਿਹਾ, ਉਹ ਸਾਰਾ ਕੁਝ ਬੰਦ ਕਰਕੇ ਸਾਰੇ ਹਸਪਤਾਲਾਂ ਦੇ ਵਿੱਚ ਇੱਕ ਇੱਕ ਪਾਸਟਰ ਇਹੋ ਜਿਹਾ ਲਾ ਕੇ ਖੜਾ ਕਰ ਦੋ ਜਿਹੜਾ ਮੁਰਦਿਆਂ ਨੂੰ ਜਿੰਦਾ ਕਰਦਾ, ਜਿਹੜਾ ਵਿੱਚੋਂ ਪੱਥਰੀਆਂ ਕੱਢ ਦਿੰਦਾ, ਜਿਹੜਾ ਕੈਂਸਰਾਂ ਠੀਕ ਕਰਦਾ, ਤੇ ਸਾਰੇ ਮਰੀਜ਼ ਇੱਕੋ ਵਾਰੀ ਠਾਕ ਕੇ ਉਹਨਾਂ ਨੂੰ ਆਪਣੇ ਘਰੋਂ ਘਰੀ ਤੋੜ ਦੋ। ਇਸ ਕਰਕੇ ਇਸ ਭਰਮ ਦਾ, ਇਸ ਅੰਧ ਵਿਸ਼ਵਾਸ ਦਾ ਆਪਾਂ ਸ਼ਿਕਾਰ ਨਹੀਂ ਹੋਣਾ। ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ, ਗੁਰੂ ਸਰਬ ਕਲਾ ਸਮਰੱਥ ਹੈ, ਸਭ ਕੁਝ ਕਰਨ ਵਾਲਾ ਏ, ਉਹ ਬਿਨਾਂ ਸਵਾਸ ਤੋਂ ਰੱਖਣ ਵਾਲਾ ਏ। ਪਰ ਕੋਈ ਬੰਦਾ ਦਾਵਾ ਕਰੇ ਵੀ ਮੈਂ ਇਹ ਕੁਝ ਕਰ ਸਕਦਾ ਏ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਰੇ ਮਤ ਕੋਈ ਜਾਣੋ ਕਿਸੀ ਕੈ ਕਿਛ ਹਾਥ ਹੈ, ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਂਪ, ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਕਹਿੰਦੇ ਸਾਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਤੇ ਸਾਧ ਸੰਗਤ ਜੀ ਸਾਡਾ ਤੇ ਧਰਮ ਹੀ ਇੱਥੇ ਟਿਕਿਆ ਹੋਇਆ ਏ ਕਿ ਜਿੱਥੇ ਭਾਈ ਮਣੀ ਸਿੰਘ ਵਰਗਿਆਂ ਨੂੰ ਜਦੋਂ ਕਾਜੀ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਆਪਣੀ ਸਿੱਖੀ ਛੱਡ ਦਿਓ, ਤੁਹਾਨੂੰ ਜੀਵਨ ਮਿਲ ਜਾਵੇਗਾ, ਜਗੀਰਾਂ ਜਾਇਦਾਦਾਂ ਮਿਲ ਜਾਣਗੀਆਂ, ਇਹ ਮਨੁੱਖਾ ਜੀਵਨ ਬੜਾ ਦੁਰਲੱਭ ਹੈ, ਬਾਰ-ਬਾਰ ਨਹੀਂ ਮਿਲਣਾ। ਤੇ ਅੱਗੋਂ ਗੁਰਮੁਖ ਪਿਆਰੇ ਇਹ ਕਹਿੰਦੇ ਨੇ ਵੀ ਸਾਨੂੰ ਇਹ ਦੱਸੋ ਵੀ ਮੌਤ ਨਾਂ ਦੀ ਚੀਜ਼ ਕੋਈ ਨਹੀਂ ਹੈ, ਜੇ ਮੌਤ ਨਹੀਂ ਆਉਣੀ ਤੇ ਮੈਂ ਸਿੱਖੀ ਛੱਡ ਦੇਣਾ। ਕਾਜੀ ਕਹਿੰਦਾ ਮੌਤ ਤੇ ਅਟਲ ਸਚਾਈ ਹੈ। ਤੇ ਫਿਰ ਭਾਈ ਮਣੀ ਸਿੰਘ ਕਹਿੰਦੇ ਜੇ ਤੈਨੂੰ ਇਹ ਪਤਾ ਹੈ ਵੀ ਮਨੁੱਖਾ ਜੀਵਨ ਦੁਰਲੱਭ ਹੈ ਤੇ ਮੇਰੇ ਗੁਰੂ ਦੀ ਸਿੱਖੀ ਇਸ ਜੀਵਨ ਤੋਂ ਵੀ ਕਈ ਗੁਣਾ ਦੁਰਲੱਭ ਹੈ, ਜੇ ਇੱਕ ਜੀਵਨ ਦੀ ਗੱਲ ਕਰਦਾ ਏ ਮੈਨੂੰ ਇਹੋ ਜਿਹਾ 1000 ਜੀਵਨ ਵੀ ਮਿਲ ਜਾਵੇ ਤੇ ਹਰ ਵਾਰੀ ਕਵੇ ਵੀ ਜਾਂ ਸਿੱਖੀ ਚਾਹੀਦੀ ਹੈ ਕਿ ਜੀਵਨ ਚਾਹੀਦਾ, ਤੇ ਮੈਂ ਹਰ ਵਾਰੀ ਮੌਤ ਨੂੰ ਗਲ ਲਾ ਕੇ ਆਪਣੀ ਸਿੱਖੀ ਨੂੰ ਬਚਾ ਲਵਾਂ। ਉਹਨਾਂ ਪੁਰਖਿਆਂ ਨੇ ਇਹ ਬਚਨ ਕਹੇ ਦੇਹੀ ਕਿਸ ਕੀ ਵਾਪਰੀ, ਸਿੱਖੀ ਜੇ ਸਾਬਤ ਹੋਏ ਦੇ ਤੋ ਆਵਣ ਜਾਣ ਹੈ, ਸਿੱਖੀ ਲੱਭੇ ਕਬ ਕੋਏ। ਇਹ ਦੇਹੀ ਵਿਚਾਰੀ ਕੀ ਹੈ, ਇਹ ਤੇ ਆਉਣ ਜਾਣ ਵਾਲੀ ਹੈ, ਮੇਰੀ ਸਿੱਖੀ ਸਾਬਤ ਰਹਿਣੀ ਚਾਹੀਦੀ ਹੈ। ਤੇ ਤਾਂ ਹੀ ਉਹਨਾਂ ਪੁਰਖਿਆਂ ਨੂੰ ਸਾਧ ਸੰਗਤ ਜੀ ਆਪਾਂ ਯਾਦ ਕਰਦੇ ਹਾਂ ਰੋਜ਼ ਅਰਦਾਸ ਵਿੱਚ ਅੱਜ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਵਿੱਚ ਸੀਸ ਦਿੱਤੇ,
ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਸਭ ਕੁਝ ਸਹਿ ਲਿਆ, ਬੰਦ ਬੰਦ ਕਟਾ ਲਏ, ਖੋਪੜੀਆਂ ਲੁਹਾ ਲਈਆਂ, ਚਰਖੜੀਆਂ ਤੇ ਚੜ ਗਏ, ਗੁਰੂ ਘਰਾਂ ਦੇ ਲਈ ਅਥਾਹ ਕੁਰਬਾਨੀਆਂ ਕੀਤੀਆਂ। ਪਰ ਮਹਾਰਾਜ ਕਹਿੰਦੇ ਕੀ ਨਹੀਂ ਹਾਰਿਆ? ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਸਭ ਕੁਝ ਹਾਰ ਗਏ ਪਰ ਧਰਮ ਨਹੀਂ ਹਾਰਿਆ। ਪਰ ਅਫਸੋਸ ਹੈ ਅੱਜ ਸਭ ਕੁਝ ਹੈ, ਘਰ ਪਰਿਵਾਰ ਹੈ, ਸਭ ਕੁਝ ਹੈ ਸਾਧ ਸੰਗਤ ਜੀ, ਪਰ ਜੇ ਹਾਰ ਚੁੱਕੇ ਆ ਤੇ ਆਪਣਾ ਧਰਮ ਹਾਰ ਗਏ, ਧਰਮ ਕੋਲ ਨਹੀਂ ਹੈ। ਆਓ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਇੱਕ ਪਲ ਜੀਵਨ ਦਾ ਸਾਨੂੰ ਇਹੀ ਸਿੱਖਿਆ ਦਿੰਦਾ ਏ ਕਿ ਗੁਰਸਿੱਖਾ ਸਦਾ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਵਾਸਤੇ ਜੀ, ਤੇਰਾ ਉੱਠਣਾ, ਤੇਰਾ ਬਹਿਣਾ, ਤੇਰਾ ਸੋਚਣਾ, ਵਿਚਰਨਾ ਸਭ ਕੁਝ ਗੁਰੂ ਦੇ ਹੁਕਮ ਦੇ ਵਿੱਚ ਹੋਵੇ। ਤੇ ਜਿੰਨਾ ਆਪਾਂ ਗੁਰੂ ਨੂੰ ਸਮਰਪਿਤ ਕੀਤਾ, ਆਏ ਸਾਰੇ ਆ, ਜਾਣਾ ਵੀ ਇਸ ਸੰਸਾਰ ਤੋਂ ਸਾਰੇ ਆ। ਮਹਾਰਾਜ ਨੇ ਕਿਹਾ ਇਹ ਸੰਸਾਰ ਇੱਕ ਜਿਹੜਾ ਹੈ ਨਾ ਮੰਡੀ ਦੀ ਤਰ੍ਹਾਂ ਹੈ, ਵਪਾਰ ਦੀ। ਜਿਵੇਂ ਆਪਾਂ ਬਾਜ਼ਾਰ ਵਿੱਚ ਜਾਂਦੇ ਆ, ਸੌਦਾ ਲੈਣ ਜਾਂਦੇ ਆ, ਕੁਝ ਮਾਇਆ ਲੈ ਕੇ ਜਾਂਦੇ ਆ ਤੇ ਉਥੋਂ ਸੌਦਾ ਖਰੀਦ ਕੇ ਵਾਪਸ ਆ ਜਾਂਦੇ ਆ। ਇਸੇ ਤਰ੍ਹਾਂ ਵਾਹਿਗੁਰੂ ਸਾਡਾ ਮਾਤਾ ਪਿਤਾ ਏ, ਇਹ ਸੰਸਾਰ ਇੱਕ ਬਾਜ਼ਾਰ ਹੈ। ਇਹਦੇ ਵਿੱਚ ਪਰਮਾਤਮਾ ਨੇ ਸਾਨੂੰ ਸਾਹ ਰੂਪੀ ਮਾਇਆ ਦੇ ਕੇ ਭੇਜਿਆ ਏ ਤੇ ਸਾਰਿਆਂ ਨੇ ਵਣਜ ਕਰਕੇ ਇੱਥੋਂ ਚਲੇ ਜਾਣਾ। ਪਰ ਉਸ ਵਣਜ ਵਿੱਚ ਫਰਕ ਹੋਣਾ ਹੈ। ਕਿਸੇ ਨੇ ਆਪਣਾ ਜੀਵਨ ਬਤੀਤ ਕੀਤਾ ਹੈ ਝੂਠ ਬੋਲ ਕੇ, ਠੱਗੀਆਂ ਮਾਰ ਕੇ, ਬੇਈਮਾਨੀ ਕਰਦਿਆਂ, ਲਾਲਚ ਕਰਦਿਆਂ, ਹੰਕਾਰ ਕਰਦਿਆਂ, ਮੈਂ ਮੇਰੀ ਕਰਕੇ ਤੇ ਇਹਨਾਂ ਵਧੀਆਂ ਬਖੀਲੀਆਂ ਦਾ ਧਨ ਇਕੱਠਾ ਕਰਕੇ। ਨਾਨਕ ਸੁੱਤੀ ਪਈ ਐ ਜਾਨ ਵਿਰਤੀ ਸਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਔਗਣਾ ਦੀਆਂ ਪੰਡਾਂ ਪਾਪਾਂ ਦਾ ਭਾਰ ਬਨ ਕੇ ਇੱਥੋਂ ਚਲੇ ਜਾਣਾ ਏ ਤੇ ਕਿਸੇ ਨੇ ਸੰਸਾਰ ਤੇ ਆਣ ਕੇ ਗੁਰੂ ਦਾ ਪਿਆਰਾ ਬਣ ਕੇ ਜੀਣਾ। ਕਿਸੇ ਨੂੰ ਸੋਝੀ ਆਉਣੀ ਹੈ ਕਿ ਇਹ ਜੀਵਨ ਮੈਨੂੰ ਲੋਕਾਂ ਨੂੰ ਸੋਹਣੇ ਲੱਗਣ ਵਾਸਤੇ ਨਹੀਂ ਮੈਂ ਜੀਣਾ, ਮੈਂ ਗੁਰੂ ਨੂੰ ਸੋਹਣਾ ਲੱਗਣਾ ਹੈ, ਗੁਰੂ ਨੂੰ ਚੰਗਾ ਲੱਗਣਾ ਹੈ, ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਣ ਕੇ ਜੀਣਾ ਹੈ। ਤੇ ਜਾਣਾ ਦੋਵਾਂ ਨੇ ਸੰਸਾਰ ਤੋਂ ਹੈ। ਤੇ ਜਦੋਂ ਗਏ ਇੱਕ ਵਧੀਆਂ ਵਕੀਲੀਆਂ ਵਾਲੇ ਜਦੋਂ ਸੰਸਾਰ ਦੇ ਉੱਤੇ ਗਏ ਤੇ ਮਹਾਰਾਜ ਕਹਿੰਦੇ ਫਿਰ ਉੱਥੇ ਥਾਂ ਟਿਕਾਣਾ ਨਹੀਂ ਮਿਲਣਾ। 4 ਦਿਨਾਂ ਦੀ ਐਸ਼ੋ ਇਸ਼ਰਤ ਵਿੱਚ ਵਿਸ਼ੇ ਵਿਕਾਰਾਂ 'ਚ ਲੱਗ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਗਏ। ਤੇ ਉੱਥੇ ਮਾਲਕ ਦੀ ਦਰ ਦੀ ਦਰਗਾਹ ਦੇ ਵਿੱਚ ਫਿਰ ਧੱਕੇ ਪੈਣੇ ਐ। ਤੇ ਦੂਜਿਆਂ ਨੂੰ ਜਦੋਂ ਮਹਾਰਾਜ ਨੇ ਵੇਖਣਾ ਵੀ ਇਹ ਮੇਰਾ ਪਿਆਰਾ ਬਣ ਕੇ ਜੀਵਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿਣਾ ਇਹ ਮੇਰਾ ਪੁੱਤਰ ਬਣ ਕੇ ਜੀਵਿਆ, ਅੰਮ੍ਰਿਤ ਛਕ ਕੇ ਖੰਡੇ ਬਾਟੇ ਦਾ ਸਿੰਘ ਸੱਜ ਕੇ ਸੱਚ ਧਰਮ ਦੀ ਕਮਾਈ ਕਰਕੇ ਨਾਮ ਜਪ ਕੇ ਜੀਆ ਏ, ਇਹ ਮੇਰੀ ਧੀ ਬਣ ਕੇ ਜੀਵੀ ਹੈ। ਇਹਨੇ ਵਰਤ ਨਹੀਂ ਰੱਖੇ, ਇਹਨੇ ਸ਼ਰਾਧ ਨਹੀਂ ਕੀਤੇ, ਇਹਨੇ ਧਾਗੇ ਤਵੀਤਾਂ ਵਾਲਾ ਰਾਹ ਨਹੀਂ ਚੁਣਿਆ, ਸਗੋਂ ਇਹਨੇ ਰਹਿਤ ਬੈਤ ਰੱਖ ਕੇ ਗੁਰੂ ਵਾਲੇ ਬਣ ਕੇ ਗੁਰੂ ਗੁਰੂ ਜਪ ਕੇ ਜ਼ਿੰਦਗੀ ਬਤੀਤ ਕੀਤੀ ਹੈ। ਤੇ ਉਹਨਾਂ ਨੂੰ ਫਿਰ ਸਤਿਗੁਰੂ ਮਹਾਰਾਜ ਨੇ ਆਪਣੇ ਗਲ ਦੇ ਨਾਲ ਲਾ ਲੈਣਾ। ਮਹਾਰਾਜ ਦੀ ਬਾਣੀ ਦੇ ਬਚਨ ਨੇ, ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ, ਭਾਈ ਰੇ RAM ਕਹੋ ਚਿਤ ਲਾਏ। हे ਭਾਈ ਵਾਹਿਗੁਰੂ ਦਾ ਨਾਮ ਕਹੋ ਚਿਤ ਲਾ ਕੇ, ਹਰ ਜਸ ਵਖਰ ਲੈ ਚੱਲੋ ਸੋ ਦੇਖੈ ਪਤੀ ਆਏ। ਜਦੋਂ ਤੁਸੀਂ ਪਰਮਾਤਮਾ ਦਾ ਨਾਮ ਰੂਪੀ ਧਨ ਲੈ ਕੇ ਇਸ ਸੰਸਾਰ ਦੇ ਉੱਤੋਂ ਜਾਓਗੇ ਨਾ ਤੇ ਉਹ ਵਾਹਿਗੁਰੂ ਤੁਹਾਨੂੰ ਖੁਸ਼ ਹੋ ਕੇ ਆਪਣੇ ਗਲ ਨਾਲ ਲਾ ਲਵੇਗਾ, ਹਿਰਦੇ ਦੇ ਨਾਲ ਲਾ ਲਵੇਗਾ ਕਿ ਇਹ ਨਾਮ ਰੂਪੀ ਧਨ ਲੈ ਕੇ ਆਇਆ ਏ, ਇਹਨੇ ਜੀਵਨ ਦੇ ਵਿੱਚ ਗੁਰਸਿੱਖੀ ਕਮਾਈ ਹੈ, ਗੁਰਮਤਿ ਨੂੰ ਧਾਰਨ ਕੀਤਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਮਈ ਬਚਨ ਉਚਾਰਨ ਕੀਤੇ ਕਿ ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਕਹਿੰਦੇ ਜਿਨ੍ਹਾਂ ਨੇ ਗੁਰ ਸਿੱਖੀ ਗੁਰੂ ਦੇ ਹੁਕਮ ਨੂੰ ਮੰਨਿਆ ਹੈ ਨਾ, ਗੁਰੂ ਦੇ ਭਾਣੇ ਨੂੰ ਮੰਨਿਆ ਹੈ, ਗੁਰੂ ਪੂਰੇ ਨੇ ਉਹਨਾਂ ਨੂੰ ਪਾਰ ਲੰਘਾਇਆ ਹੈ। ਕਿਉਂਕਿ ਗੁਰ ਸਿੱਖੀ ਜਿਹੜੀ ਹੈ ਨਾ ਉਹ ਵਿਚਾਰ ਦਾ ਨਾਮ ਹੈ ਤੇ ਸਿੱਖ ਕਿਹਾ ਹੀ ਉਸ ਨੂੰ ਗਿਆ ਹੈ ਜਿਹੜਾ ਗੁਰੂ ਦੇ ਭਾਣੇ ਨੂੰ ਮੰਨਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖ ਦੀ ਵਿਆਖਿਆ ਹੀ ਇਹ ਕੀਤੀ ਹੈ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਕਹਿੰਦੇ ਗੁਰੂ ਦਾ ਸਿੱਖ ਉਹ ਹੈ
ਜਿਹੜਾ ਗੁਰੂ ਦੇ ਭਾਣੇ ਵਿੱਚ ਆਉਂਦਾ ਹੈ, ਗੁਰੂ ਦੀ ਰਜ਼ਾ ਵਿੱਚ ਚੱਲਦਾ ਹੈ, ਗੁਰੂ ਦੇ ਇੱਕ ਇੱਕ ਬਚਨ ਨੂੰ ਆਪਣੇ ਮਨ ਵਿੱਚ ਧਾਰਨ ਕਰਕੇ ਈਰਖ ਅਦਵੈਸ਼ ਨਿੰਦਿਆ ਕਪਟ ਪਰ ਧਨ ਦਾ ਤਿਆਗ ਕਰਕੇ ਸਤ ਸੰਤੋਖ ਦਇਆ ਧਰਮ ਨੂੰ ਧਾਰਨ ਕਰੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸੱਜ ਕੇ ਜੀਵੇ। ਜੋ ਗੁਰੂ ਦੇ ਬਚਨਾਂ ਨੂੰ ਕਮਾਵੇ ਉਹ ਗੁਰੂ ਦਾ ਸਿੱਖ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਉਹ ਗੁਰੂ ਦਾ ਪਿਆਰਾ ਹੈ। ਜੋ ਗੁਰੂ ਦੀ ਰਜ਼ਾ ਵਿੱਚ ਆਇਆ ਤੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਤੇ ਜਿਹੜਾ ਆਪਣੇ ਭਾਣੇ ਆਪਣੇ ਮਨ ਦੀ ਮਰਜ਼ੀ ਦੇ ਅਨੁਸਾਰ ਚੱਲਦਾ ਰਿਹਾ, ਮਹਾਰਾਜ ਕਹਿੰਦੇ ਉਹ ਫਿਰ ਗੁਰੂ ਪਰਮੇਸ਼ਰ ਤੋਂ ਵਿਛੜ ਕੇ ਸਦਾ ਹੀ ਦੁੱਖ ਪਾਉਂਦਾ ਹੈ, ਸਦਾ ਹੀ ਭਟਕਦਾ ਰਹਿੰਦਾ ਹੈ। ਕਿਉਂਕਿ ਬਿਨਾ ਗੁਰੂ ਤੋਂ ਮਹਾਰਾਜ ਕਹਿੰਦੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ। ਬਿਨਾ ਸਤਿਗੁਰੂ ਤੋਂ ਭਾਵੇਂ ਜੇ ਸਿੱਖ ਹੋ ਕੇ ਉਹ ਕਿਤੇ ਭਟਕ ਲਵੇ, ਸੱਚ ਇਹ ਹੈ ਵੀ ਜਿਹੜੇ ਸਿੱਖ ਜੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਉਹਦੀ ਤ੍ਰਿਪਤੀ ਨਾ ਹੋਈ ਤੇ ਲੱਖਾਂ ਦੁਆਵਾਂ ਪੜਾਈ ਜਾਵੇ, ਉਹਦਾ ਦੁਆਵਾਂ ਨਾਲ ਵੀ ਕੁਝ ਨਹੀਂ ਸਵਰਨਾ। ਕਿਉਂਕਿ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ ਨਾ, ਕਿਸੇ 'ਚ ਇੰਨੀ ਸਮਰੱਥਾ ਨਹੀਂ ਉਹਨੂੰ ਰੱਖ ਸਕੇ। ਕਿਉਂਕਿ ਉਹਨਾਂ ਵੀ ਕਹਿ ਦੇਣਾ ਵੀ ਜੇ ਗੁਰੂ ਨੇ ਆਪਣਾ ਸਰਬੰਸ ਵਾਰ ਦਿੱਤਾ, ਪੂਰਾ ਆਪਣਾ ਸਰਬੰਸ ਸਤਿਗੁਰੂ ਨੇ ਕੁਰਬਾਨ ਕਰ ਦਿੱਤਾ, ਆਪਣੇ ਸਾਹਿਬਜ਼ਾਦਿਆਂ ਨੂੰ ਹੱਥੀਂ ਜੰਗ ਦੇ ਮੈਦਾਨ 'ਚ ਤੋਰ ਦਿੱਤਾ ਤੇ ਸਾਧ ਸੰਗਤ ਛੋਟੇ ਛੋਟੇ ਲਾਲਾਂ ਨੂੰ ਨੀਹਾਂ 'ਚ ਚਿਣਾ ਦਿੱਤਾ ਤੇ ਸਭ ਕੁਝ ਵਾਰ ਕੇ ਇਹੀ ਕਿਹਾ ਕਿ ਸੁਖੀ ਬਸੈ ਮੋਰੋ ਪਰਿਵਾਰਾ। ਤੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸਾਰਾ ਪਰਿਵਾਰ ਤੇ ਤੁਸੀਂ ਵਾਰ ਦਿੱਤਾ ਜੇ, ਕਿਹੜੇ ਪਰਿਵਾਰ ਦੀ ਸੁੱਖ ਮੰਗਦੇ ਜੇ? ਤੇ ਮਹਾਰਾਜ ਨੇ ਕਿਹਾ ਸੇਵਕ ਸਿੱਖ ਸਭੈ ਕਰਤਾਰਾ। ਆ ਜਿਹੜੇ ਮੇਰੇ ਸੇਵਕ ਨੇ, ਆ ਜਿਹੜੇ ਮੇਰੇ ਸਿੱਖ ਨੇ, ਇਹ ਸਾਰੇ ਸੁਖੀ ਵਸਦੇ ਰਹਿਣ, ਇਹੀ ਮੇਰਾ ਪਰਿਵਾਰ ਹੈ। ਤੇ ਜਿਹੜਾ ਐਸੇ ਗੁਰੂ ਦਾ ਨਹੀਂ ਹੋ ਸਕਿਆ ਉਹ ਫਿਰ ਹੋਰ ਕਿਸੇ ਦਾ ਕਿਵੇਂ ਹੋਵੇਗਾ? ਸਾਧ ਸੰਗਤ ਜੀ, ਪਿਛਲੇ ਦਿਨਾਂ ਦੇ ਵਿੱਚ ਮੋਰਚਾ ਗੁਰੂ ਕਾ ਬਾਗ, ਸਾਧ ਸੰਗਤ ਜੀ ਇਹ ਸ਼ਤਾਬਦੀ ਮਨਾਈ ਗਈ ਸੁਖਸਾਲਾ, ਪੂਰੇ ਪੰਥ ਨੇ ਬੜੀ ਚੜ੍ਹਦੀ ਕਲਾ ਦੇ ਨਾਲ। ਤੇ ਇਸ ਮੋਰਚੇ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਚੱਲ ਰਿਹਾ ਸੀ ਤੇ ਅੰਗਰੇਜ਼ ਹਕੂਮਤਾਂ ਗੁਰੂ ਕੇ ਸਿੰਘਾਂ ਦੇ ਉੱਪਰ ਡਾਂਗਾਂ ਵਰਾਉਂਦੀਆਂ ਸਨ ਤੇ ਗੁਰਗ ਦੇ ਸਿੱਖ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਖਾਂਦੇ ਹੋਏ ਉਹਨਾਂ ਅਕੈਦ ਤਸੀਆਂ ਤਸ਼ੱਦਦਾਂ ਨੂੰ ਸਹਾਰਦੇ ਹੋਏ ਅਦਮ ਹੋਏ ਜਾਂਦੇ, ਪਿੱਛੇ ਸੁੱਟਿਆ ਜਾਂਦਾ। ਫੇਰ ਅੱਗੇ ਹੋਰ ਗੁਰਸਿੱਖ ਜਾਂਦੇ, ਉਹਨਾਂ ਤੇ ਡਾਂਗਾਂ ਉਸੇ ਤਰ੍ਹਾਂ ਵੱਜਦੀਆਂ ਤੇ ਉਹ ਵੀ ਫਿਰ ਪਿੱਛੇ ਹੋ ਜਾਂਦੇ, ਉਹ ਵੀ ਅਦਮ ਹੋ ਜਾਂਦੇ। ਜਦੋਂ ਇਹ ਸਾਰਾ ਜਿਹੜਾ ਸੀ ਨਾ ਸਾਕਾ ਵਾਪਰਿਆ, ਉਸ ਵੇਲੇ ਇੱਕ ਅੰਗਰੇਜ਼ ਪਾਦਰੀ ਸੀ ਸਾਧ ਸੰਗਤ ਜੀ, ਉਹ ਇੱਧਰ ਆਇਆ ਹੋਇਆ ਸੀ ਪੰਜਾਬ ਦੇ ਵਿੱਚ ਤੇ ਉਹ ਇਤਿਹਾਸ ਲਿਖ ਰਿਹਾ ਸੀ। ਤੋ ਸਾਧ ਸੰਗਤ ਜੀ ਉਹਨੇ ਇਹ ਗੱਲ ਲਿਖੀ ਕਿ ਉਹ ਸਿੱਖਾਂ ਨੂੰ ਵੇਖ ਕੇ ਇੰਨਾ ਜ਼ਿਆਦਾ ਪ੍ਰਭਾਵਿਤ ਹੋ ਗਿਆ, ਕਹਿੰਦਾ ਵੀ ਸਾਡਾ ਇੱਕ ਜੀਸਸ ਸੂਲੀ ਤੇ ਚੜਿਆ ਤੇ ਸਾਧ ਸੰਗਤ ਅੱਧੀ ਦੁਨੀਆ ਜਿਹੜੀ ਹੈ ਉਹ ਈਸਾਈ ਮਤ ਉਹਨਾਂ ਧਾਰਨ ਕੀਤਾ। ਪਰ ਇੱਥੇ ਤੇ ਮੈਂ ਵੇਖ ਰਿਹਾ, ਕਹਿੰਦਾ ਕਿੰਨੇ ਜੀਸਸ ਤੇ ਜਿਹੜੇ ਆ ਮੇਰੇ ਸਾਹਮਣੇ ਸੂਲੀ ਤੇ ਚੜ ਰਹੇ ਆ। ਤੋ ਇੰਨਾ ਵੱਡਾ ਸਾਧ ਸੰਗਤ ਜੀ ਇਹ ਸਾਡਾ ਇਤਿਹਾਸ ਆ, ਅਸੀਂ ਉਹਨਾਂ ਦੇ ਵਾਰਿਸ ਆ। ਫਿਰ ਇਹ ਤੇ ਸਾਰੀ ਦੁਨੀਆ ਦੇ ਵਿੱਚ ਹੀ ਜਿਹੜਾ ਸੀ ਨਾ ਇਹ ਸਾਡਾ ਧਰਮ ਹੋਣਾ ਚਾਹੀਦਾ ਸੀ, ਪਰ ਅਸੀਂ ਦੱਸ ਨਹੀਂ ਸਕੇ, ਅਸੀਂ ਉਹਨੂੰ ਕਮਾ ਨਹੀਂ ਸਕੇ, ਅਸੀਂ ਖੁਦ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕੇ। ਇਸ ਕਰਕੇ ਸਾਡਾ ਮਨੋਰਥ ਜਿਹੜਾ ਸਿੱਖ ਹੈ ਨਾ, ਉਹ ਕੱਲਾ ਜਿਹੜਾ ਇਹ ਨਹੀਂ ਹੈ ਵੀ ਆਪਾਂ ਖਾ ਪੀ ਲਿਆ ਤੇ ਜ਼ਿੰਦਗੀ ਬਤੀਤ ਕਰ ਲਈ, ਉਹਦੇ ਨਾਲ ਨਾਲ ਸਾਡੇ ਤੇ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਅਸੀਂ ਪੂਰੀ ਕੌਮ ਨੂੰ ਰਿਪਰੈਜ਼ੈਂਟ ਕਰਦੇ ਆ, ਜੁੜਦੇ ਆ, ਤੇ ਜਦੋਂ ਆਪਾਂ ਕਰਮ ਕਰਨਾ ਹੈ, ਇਸ ਕਰਕੇ ਅਸੀਂ ਨਾਲ ਨਾਲ ਆਪਣੇ ਦੁਨਿਆਵੀ ਕਰਮਾਂ ਦੇ ਗੁਰਸਿੱਖੀ ਨੂੰ ਕਮਾਉਣਾ, ਆਪਣੇ ਬੱਚਿਆਂ ਨੂੰ ਗੁਰਮਤਿ ਦ੍ਰਿੜ ਕਰਾਉਣੀ ਹੈ। ਇਹ ਮਾਂ ਪਿਓ ਦਾ ਫਰਜ਼ ਹੈ ਕਿ ਭਜਨ ਸਿਖਾਵੇ ਪੁੱਤਰ ਕੋ ਨਿਤ ਭਜ ਬਾਰੰਬਾਰ। ਪਰ ਇਹ ਸਚਾਈ ਹੈ। ਇੱਕ ਵਿਦਵਾਨ ਨੇ ਇੱਕ ਬਚਨ ਕਿਹਾ ਸੀ ਕਿ ਤਿਫਲ ਸੇ ਬੂ ਆਏ ਕਿਆ ਮਾਂ ਬਾਪ ਕੇ ਕਿਰਦਾਰ ਕੀ, दूध तो डिब्बे का है तलीम है सरकार की। ਕਹਿੰਦੇ ਮਾਂ ਬਾਪ ਦੇ ਕਿਰਦਾਰ ਦੀ ਜਿਹੜੀ ਖੁਸ਼ਬੂ ਉਹ ਬੱਚੇ ਚੋਂ ਕਿਵੇਂ ਆਵੇ।
ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਇਹ ਇਤਿਹਾਸ ਜਿਹੜਾ ਸੀ ਨਾ ਬੱਚਿਆਂ ਨੂੰ ਸੁਣਾਇਆ ਜਾਂਦਾ। ਅੱਜ ਵੀ ਜਿਹੜੇ ਗੁਰਮੁਖ ਪਰਿਵਾਰ ਨੇ ਉਹ ਬੱਚਿਆਂ ਨੂੰ ਸੁਣਾਉਂਦੇ, ਜੋੜਦੇ, ਤੇ ਸਾਡਾ ਫਰਜ਼ ਹੈ। ਪਰ ਬਹੁਤਾਤ ਦੇ ਵਿੱਚ ਹੁਣ ਆਪਣੇ ਕੋਲ ਮੋਬਾਈਲ ਹੈ, ਉਹ ਬੱਚੇ ਨੂੰ ਦੇ ਦਿੰਦੇ ਆ ਕਿ ਆ ਲੈ ਭਾਈ ਤੂੰ ਖੇਡਦਾ ਰਹਿ, ਮਾਂ ਨੇ ਵੱਖਰਾ ਫੜਿਆ, ਬੱਚੇ ਨੂੰ ਵੱਖਰਾ ਫੜਾ ਦਿੱਤਾ। ਤੋ ਇਸ ਕਰਕੇ ਉਹ ਭਾਈ ਤਾਰੂ ਸਿੰਘ ਦੀ ਮਾਂ ਵਾਲਾ ਜਿਹੜਾ ਜੀਵਨ ਪੜ੍ਹੀਏ, ਕਿਵੇਂ ਮੂੰਹ ਦੀ ਵਿੱਚ ਗਰਾਈਆਂ ਰੋਟੀ ਦੀਆਂ ਪਾਉਂਦਿਆਂ ਬਾਣੀ ਦੀਆਂ ਪੰਕਤੀਆਂ ਦ੍ਰਿੜ ਕਰਾਈਆਂ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋੜ ਨਾ ਆਵੇ ਗਣਤ ਭਰੇ ਭੰਡਾਰ। ਕਿਵੇਂ ਕੇਸਾਂ 'ਚ ਕੰਘਾ ਕਰਦਿਆਂ ਹੋਇਆਂ ਇਹ ਕਹਿਣਾ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਤੋ ਇਹ ਸਾਧ ਸੰਗਤ ਜੀ ਸਾਡੇ ਫਰਜ਼ ਬਣਦੇ ਨੇ ਸਾਰੇ, ਜੋ ਆਪਾਂ ਆਪ ਗੁਰਮਤਿ ਨੂੰ ਦ੍ਰਿੜ ਕਰਕੇ ਬੱਚਿਆਂ ਸਾਹਮਣੇ ਉਹ ਜੀਵਨ ਜਿਉਣਾ। ਕਿਉਂਕਿ ਜੋ ਅਸੀਂ ਕਵਾਂਗੇ ਉਹ ਨਹੀਂ ਕਰਨਗੇ, ਜੋ ਆਪਾਂ ਕਰਾਂਗੇ ਨਾ ਉਹ ਕਰਨਗੇ ਬੱਚੇ। ਉਹ ਨਕਲ ਬਹੁਤ ਕਰਦੇ ਆ, ਕਾਪੀ ਕਰਦੇ ਆ। ਇਸ ਕਰਕੇ ਮਾਂ ਪਿਓ ਇਹ ਸੱਚਾਈ ਹੈ। ਜੇ ਬੱਚਾ ਕਿਤੇ ਬਾਪ ਜਿਹੜਾ ਅਧਿਆਪਕ ਹੋਵੇ ਨਾ ਤੇ ਉਹ ਬੱਚਿਆਂ ਨੂੰ ਪੜਾਉਂਦਾ ਹੋਵੇ ਤੇ ਬੱਚੇ ਵੀ ਨਕਲ ਕਰਨ ਲੱਗ ਜਾਂਦੇ ਆ ਕਿ ਸਾਡਾ ਪਿਤਾ ਇਸ ਤਰ੍ਹਾਂ ਪੜਾਉਂਦਾ ਹੈ। ਘਰ ਦੇ ਵਿੱਚ ਜੇ ਕੋਈ ਸ਼ਰਾਬ ਪੀਂਦੇ ਹੋਣ ਨਾ ਚਾਰ ਬੰਦੇ ਤੇ ਬੱਚੇ ਨਕਲੀ ਗਲਾਸੀਆਂ ਲੈ ਕੇ ਪਾਣੀ ਲੈ ਕੇ ਤੇ ਉਹ ਮਾਂ-ਬਾਪ ਦੀ ਨਕਲ, ਬਾਪ ਦੀ ਨਕਲ ਕਰਨਗੇ ਵੀ ਸਾਡਾ ਪਿਓ ਇਸ ਤਰ੍ਹਾਂ ਜਿਹੜਾ ਹੈ ਉਹ ਸ਼ਰਾਬ ਪੀਂਦਾ ਹੈ। ਤੇ ਜੇ ਘਰ ਵਿੱਚ ਗੁਰਬਾਣੀ ਪੜ੍ਹੀਏ, ਆਪ ਹਰ ਜਸ ਕਰੀਏ, ਸੁਣੀਏ ਤੇ ਬੱਚੇ ਵੀ ਉਸ ਤਰ੍ਹਾਂ ਫਿਰ ਉਹਨਾਂ ਨੂੰ ਨਾਲ ਬਿਠਾਈਏ ਤੇ ਉਹ ਕਾਪੀ ਕਰਦੇ ਨੇ। ਤੋ ਇਸ ਕਰਕੇ ਕਹਿੰਦੇ ਤਿਫਲ ਸੇ ਬੁਆਏ ਕਿਆ ਮਾਂ ਬਾਪ ਕੇ ਕਿਰਦਾਰ ਕੀ, दूध तो डिब्बे का है। कहते दुध ते डब्बे दा बच्चे नूं पियाउणा शुरू कर दिता जमदियां नूं। तलीम है सरकार दी, ते सरकार दी जिहड़ी तलीम है, ਜਿਹੜੀਆਂ ਨੀਤੀਆਂ ਨੇ ਉਹ ਆਪਾਂ ਸਾਰੀਆਂ ਵੇਖ ਹੀ ਰਹੇ ਆ ਵੀ ਉਹਨਾਂ ਦੀ ਮਨਸਾ ਜਿਹੜੀ ਹੈ ਉਹ ਖਤਮ ਕਰਨ ਦੀ ਹੈ। ਉਹਦੇ ਵਿੱਚ ਕਿਤੇ ਹੀਰ ਰਾਂਝਾ ਪੜਾਇਆ ਜਾ ਰਿਹਾ, ਅੱਜ ਕਿਤੇ ਸੱਸੀ ਪੁੰਨੂ ਪੜਾਇਆ ਜਾ ਰਿਹਾ, ਕਿਤੇ ਮਿਰਜ਼ਾ ਸਾਹਿਬਾ ਪੜਾਇਆ ਜਾ ਰਿਹਾ। ਤੋ ਇਹ ਜਿਹੜੇ ਗਲਤ ਅੰਸਰ ਸਨ ਸਾਰੇ, ਇਹਨਾਂ ਦਾ ਨਾਚ ਗਾਣਾ ਇਹ ਕੁਝ ਪੜਾਇਆ ਜਾ ਰਿਹਾ। ਇਹਨਾਂ ਦੀ ਕੋਈ ਸਮਾਜ ਨੂੰ ਦੇਣ ਨਹੀਂ ਸੀ। ਅਸੀਂ ਪੜਨਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ, ਅਸੀਂ ਪੜਨਾ ਬਾਬਾ ਦੀਪ ਸਿੰਘ ਨੂੰ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ ਸਵਾਜ ਸਿੰਘ, ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਆਪਾਂ ਪੜ ਕੇ ਸਿੱਖਿਆ ਲੈਣੀ ਹੈ, ਜਿਨ੍ਹਾਂ ਨੇ ਆਪਣਾ ਹਰ ਪਲ ਹਰ ਛਿਨ ਗੁਰੂ ਦੇ ਹੁਕਮ 'ਚ ਕਮਾਇਆ ਹੈ, ਜਿਹੜੇ ਇਸ ਜੀਵਨ ਦਾ ਲਾਹਾ ਖੱਟ ਕੇ ਗਏ ਹੈ ਤੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਵਾਰਨਾ ਹੈ। ਮਹਾਰਾਜ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ। ਜਿੰਨਾ ਮਰਜੀ ਜ਼ਿੰਦਗੀ ਦੇ ਵਿੱਚ ਆਪਾਂ ਭਟਕ ਲਈਏ, ਪਰ ਜਿੰਨਾ ਚਿਰ ਆਪਾਂ ਗੁਰੂ ਵਾਲੇ ਨਹੀਂ ਬਣਦੇ, ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਮਹਾਰਾਜ ਕਹਿੰਦੇ ਸੁਖ ਕਿਤੇ ਹੈ ਹੀ ਨਹੀਂ। ਗੁਰੂ ਅਮਰਦਾਸ ਮਹਾਰਾਜ ਨੇ ਤੇ ਇਥੋਂ ਤੱਕ ਬਚਨ ਕਹਿ ਦਿੱਤੇ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਕਹਿੰਦੇ ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਵੇ ਨਾ ਤੇ ਸਾਰੀ ਦੁਨੀਆ ਦਾ ਭਰਮ ਕਰ ਲਵੇ, ਉਹ ਕਦੀ ਵਿਕਾਰਾਂ ਤੋਂ ਜਿਉਂਦੇ ਜੀਵਨੀ ਮੁਕਤ ਹੋ ਸਕਦਾ। ਝੂਠ ਤੋਂ, ਲੋਭ ਤੋਂ, ਲਾਲਚ ਤੋਂ ਉਹ ਸ਼ਬਦ ਹੀ ਮੁਕਤ ਕਰੇਗਾ, ਹੰਕਾਰ ਤੋਂ ਨਾ ਇੱਥੇ ਮੁਕਤ ਹੋਵੇਗਾ। ਇੱਥੇ ਵੀ ਜ਼ਿੰਦਗੀ ਦੁੱਖਾਂ 'ਚ ਹੀ ਲੰਘੇਗੀ ਤੇ ਕਹਿੰਦੇ ਅੱਗੇ ਵੀ ਆਵਾਗਾਉਣ ਦਾ ਜਿਹੜਾ ਦੁੱਖ ਹੈ, ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓ। ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਤਿੰਨਾਂ ਮੁੱਖ ਡਰਾਵਣੇ, ਕਹਿੰਦੇ ਮੁੱਖ ਬੜੇ ਡਰਾਉਣੇ ਨੇ। ਆਪਾਂ ਕਹਿ ਦਿੰਦੇ ਆ ਜੀ ਸੰਸਾਰ ਵਿੱਚ ਸੋਹਣੇ ਲੱਗਣ ਦੇ ਵਾਸਤੇ ਕਈ ਵਾਰੀ ਗੁਰੂ ਤੋਂ ਬੇਮੁਖ ਹੋ ਜਾਂਦੇ ਆ, ਪਰ ਜਿੰਨੀ ਖੂਬਸੂਰਤੀ ਸਾਨੂੰ ਗੁਰੂ ਕਲਗੀਧਰ ਸਾਹਿਬ ਜੀ ਨੇ ਬਖਸ਼ੀ ਨਾ, ਸਾਬਤ ਸੂਰਤ ਦੇ ਦਸਤਾਰ ਸਿਰਾ, ਇਹਦੇ ਤੋਂ ਵੱਧ ਸੰਸਾਰ ਦੇ ਵਿੱਚ ਕਿਤੇ ਖੂਬਸੂਰਤੀ ਨਹੀਂ ਹੈ। ਇਹ ਤੇ ਭਰਮ ਹੈ ਸਾਡੇ ਮਨਾਂ 'ਚ ਪੈ ਗਿਆ। ਗੋਰਿਆਂ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੈਸਾ ਗੁਰੂ ਨਹੀਂ ਸੀ। ਉਹ ਭਟਕਦੇ ਵਿਸ਼ੇ ਵਾਸ਼ਨਾ ਵਿਕਾਰਾਂ ਦੇ ਵਿੱਚ ਤੇ ਨਸ਼ਿਆਂ ਦੇ ਵਿੱਚ ਗਰਕ ਰਹੇ ਸਨ, ਉਹਨਾਂ ਤੇ ਭਟਕਣਾ ਸੀ। ਪਰ ਸਾਨੂੰ ਤੇ ਗੁਰੂ ਕਲਗੀਧਰ ਮਹਾਰਾਜ ਜੀ ਦਾ ਗੁਰੂ ਮਿਲਿਆ ਸੀ, ਜਿਸ ਬਾਰੇ ਆਪਾਂ ਬਚਨ ਪੜ੍ਹਦੇ ਹਾਂ, ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਤੋ ਆਪਾਂ ਵੀ ਉਸ ਰਾਹ ਉੱਤੇ ਤੁਰ ਗਏ। ਪਰ ਜਿਹੜੀ ਖੂਬਸੂਰਤੀ ਇਹ ਸਤਿਗੁਰੂ ਨੇ ਬਖਸ਼ੀ ਹੈ ਨਾ, ਉਹ ਕਿਤੇ ਨਹੀਂ। ਬਾਬਾ ਫਰੀਦ ਸਾਹਿਬ ਤੇ ਇਥੋਂ ਤੱਕ ਕਹਿੰਦੇ ਕਿ ਬੰਦਾ ਕਿੰਨਾ ਵੀ ਸੰਸਾਰ ਦੇ ਵਿੱਚ ਜਿਹਨੂੰ ਉਹ ਸੁੰਦਰਤਾ ਮੰਨੀ ਬੈਠਾ,
ਵੈਸੇ ਤੇ ਵਾਹਿਗੁਰੂ ਦਾ ਬਣਾਇਆ ਹਰ ਰੂਪ ਰੰਗ ਹੀ ਖੂਬਸੂਰਤ ਹੈ, ਤੇ ਇਹ ਆਪਾਂ ਵੱਖਰੇ ਵੱਖਰੇ ਪੈਮਾਨੇ ਮਿੱਥ ਲਏ ਨੇ। ਕਿਸੇ ਨੇ ਗੋਰੇ ਰੰਗ ਨੂੰ ਸੁੰਦਰਤਾ ਦਾ ਪ੍ਰਤੀਕ ਮੰਨ ਲਿਆ, ਕੋਈ ਕਾਲੇ ਨੂੰ ਮੰਨੀ ਬੈਠਾ, ਕੋਈ ਕਿਸੇ ਤਰ੍ਹਾਂ ਉੱਚੇ ਕੱਦ ਨੂੰ, ਕੋਈ ਇਹਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ ਸੁੰਦਰਤਾ ਦੇ ਵੱਖ-ਵੱਖ ਪੈਮਾਨੇ ਨੇ। ਪਰ ਜੇ ਵਾਹਿਗੁਰੂ ਦੀ ਦ੍ਰਿਸ਼ਟੀ ਨਾਲ ਵੇਖੀਏ, ਗੁਰੂ ਦੀ ਦ੍ਰਿਸ਼ਟੀ ਨਾਲ, ਤੇ ਫਿਰ ਤੇ ਮਹਾਰਾਜ ਕਹਿੰਦੇ ਜਿੰਨੇ ਰੂਪ ਰੰਗ ਨੇ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਤ ਉਪਾਈ। ਇਹ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਣਾਏ ਨੇ ਤੇ ਸਾਰੇ ਖੂਬਸੂਰਤ ਨੇ। ਤੇ ਉਦੋਂ ਫਿਰ ਸਭ ਤੋਂ ਪਿਆਰਾ ਰੂਪ ਤੇ ਸਰੂਪ ਜਿਹੜਾ ਨਾ, ਉਹ ਉਹੀ ਲੱਗੇਗਾ ਜਿਹੜਾ ਗੁਰੂ ਕਲਗੀਧਰ ਸਾਹਿਬ ਜੀ ਨੇ ਬਖਸ਼ਿਆ ਹੈ। ਉੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਆ, ਜੇ ਨਾਮ ਵਸਾਰ ਦਿੱਤਾ, ਦੁਨੀਆ ਦੀ ਚਕਾ ਚੌਂਦ ਵਿੱਚ ਪੈ ਕੇ ਭੁੱਲ ਗਿਆ, ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਫਰੀਦਾ ਤਿੰਨਾ ਮੁਖ ਡਰਾਵਣੇ। ਕਹਿੰਦੇ ਕਿੰਨੀ ਵੀ ਚਿਹਰੇ ਦੀ ਚਮਕ ਦਮਕ ਹੈ, ਕੇਸ ਕਤਲ ਕਰਾ ਰਹੇ ਨੇ, ਮਾਵਾਂ ਭੈਣਾਂ ਬੀਬੀਆਂ ਨੇ ਵੀ ਕੇਸ ਕਤਲ ਕਰਾਏ ਹੈ, ਕੋਈ ਜਿਹੜਾ ਅੱਖਾਂ ਦੇ ਉੱਤੋਂ ਇਹ ਜਾ ਰਿਹਾ। ਇਹ ਗੁਰਸਿੱਖ ਦੀ ਮਰਿਆਦਾ ਨਹੀਂ, ਗੁਰਸਿੱਖਾਂ ਧੀਆਂ ਦਾ ਫਰਜ਼ ਨਹੀਂ। ਸਾਡਾ ਇਤਿਹਾਸ ਤੇ ਸਾਧ ਸੰਗਤ ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਐ, ਜਿਨ੍ਹਾਂ ਨੇ ਗੁਰੂ ਕੇ ਪਿਆਰੇ ਭਗਤ ਸੂਰਮੇ ਗੁਰਸਿੱਖਾਂ ਨੂੰ ਜਨਮ ਦੇਣਾ, ਕਿ 4-5 ਬੀਬੀਆਂ ਬਾਜ਼ਾਰ 'ਚ ਚਲੀਆਂ ਗਈਆਂ ਤੇ ਲਲਾਰੀ ਨੇ ਚੁੰਨੀਆਂ ਬੜੀਆਂ ਸੋਹਣੀਆਂ ਰੰਗੀਆਂ ਸਨ, ਤੇ ਉਹ ਕਹਿਣ ਲੱਗੀਆਂ ਕਿ ਭੈਣਾ ਤੂੰ ਵੀਰਾ ਚੁੰਨੀਆਂ ਬੜੀਆਂ ਸੋਹਣੀਆਂ ਰੰਗੀਆਂ ਨੇ, ਸਾਡੀ ਚੁੰਨੀ ਰੰਗ ਦੇ। ਤੇ ਲਲਾਰੀ ਨੇ ਕਿਹਾ ਵੀ ਭੈਣੋ ਮੈਨੂੰ ਚੁੰਨੀਆਂ ਲਾ ਕੇ ਦਿਓ, ਮੈਂ ਹੁਣੇ ਰੰਗ ਦੇਣਾ। ਇਹ ਕਿਹੜੀ ਗੱਲ ਹੈ? ਤੇ ਜਦੋਂ ਇੰਨੀ ਗੱਲ ਕਹੀ ਨਾ ਉਸ ਲਲਾਰੀ ਨੇ ਵੀ ਭੈਣੋ ਮੈਨੂੰ ਚੁੰਨੀਆਂ ਲਾ ਦਿਓ ਇੱਥੇ ਤੇ ਮੈਂ ਰੰਗ ਦੇਣਾ, ਤੇ ਉਹਨਾਂ ਬੀਬੀਆਂ ਦੇ ਸਾਹ ਰੁਕ ਗਏ। ਉਹ ਕਹਿਣ ਲੱਗੀਆਂ ਵੀਰਾ ਇਹ ਗੱਲ ਨਾ ਆਖੀ, ਭਰੇ ਬਾਜ਼ਾਰ ਦੇ ਵਿੱਚ ਅਸੀਂ ਆਪਣੀ ਚੁੰਨੀ ਲਾ ਦਈਏ, ਸਾਨੂੰ ਤੇ ਲੋਕ ਪਰਲੋਕ ਵਿੱਚ ਢੋਈ ਨਹੀਂ ਮਿਲਣੀ। ਅਸੀਂ ਗੁਰੂ ਦੀਆਂ ਬੱਚੀਆਂ ਹਾਂ, ਗੁਰੂ ਦੀਆਂ ਧੀਆਂ ਹਾਂ। ਇਹ ਚੁੰਨੀ ਸਾਡੇ ਸਿਰ ਦਾ ਤਾਜ ਹੈ, ਇਹ ਇੱਜ਼ਤ ਹੈ, ਇਹ ਬਖਸ਼ਿਸ਼ ਹੈ ਗੁਰੂ ਦੀ। ਇਹਦੇ ਪਿੱਛੇ ਬੜਾ ਵੱਡਾ ਇਤਿਹਾਸ ਹੈ। ਇਸ ਕਰਕੇ ਜੇ ਆਪਾਂ ਇਹ ਲਾ ਦਿੱਤੀ ਤੇ ਸਾਡੇ ਪੱਲੇ ਕੀ ਰਹਿ ਗਿਆ? ਇਤਿਹਾਸਕਾਰਾਂ ਉੱਥੇ ਬਚਨ ਲਿਖੇ ਨੇ ਕਿ ਉਹਨਾਂ ਬੀਬੀਆਂ ਨੇ ਕਿਹਾ ਕਿ ਸਿਰ ਦਾ ਚੀਰ ਉਤਾਰ ਖਲੋਵਾਂ, ਥੀਵਾਂ ਸਿਰੋਂ ਨੰਗੀ ਵਿੱਚ ਬਾਜ਼ਾਰਾਂ, ਦਰਗਹਿ ਪੇਕੈ ਮਿਲੈ ਨਾ ਢੋਈ, ਤੇ ਹਾਸੀ ਕਰਨ ਗਵਾਰਾਂ। ਕਹਿੰਦੇ ਮੈਨੂੰ ਤੇ ਲੋਕ ਪਰਲੋਕ ਵਿੱਚ ਢੋਈ ਨਹੀਂ ਮਿਲਣੀ, ਤੇ ਲੋਕਾਂ ਨੇ ਕਹਿਣਾ ਇਹ ਤੇ ਗੁਆਰਾ, ਇਹਦੇ ਸਿਰ ਤੇ ਚੁੰਨੀ ਨਹੀਂ ਹੈ। ਤੋ ਇਹ ਪੱਗ ਗੁਰੂ ਸਾਹਿਬ ਦਾ ਤਾਜ ਹੈ। ਦਿਲਾਈ ਪੰਥ ਕੋ ਸਰਬਾਜੀਆਂ ਸੇ ਸਰਦਾਰੀ, ਬਰਾਏ ਕੌਮ ਜੇ ਰੁਤਬੇ ਲਹੂ ਬਹਾ ਕੇ लिए। ਅੱਲਾ ਜਾਰਖਾਂ ਜੋਗੀ ਲਿਖਦਾ ਕਿ ਇਹ ਬਖਸ਼ਿਸ਼ ਸਾਬਤ ਸੂਰਤ ਦਸਤਾਰ ਸਿਰਾ, ਇਹ ਚੁੰਨੀ, ਇਹ ਪੱਗ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਤੇ ਇਹ ਰੁਤਬਾ ਐਵੇਂ ਨਹੀਂ ਮਿਲਿਆ, ਇਹ ਤੇ ਸਾਨੂੰ ਲਹੂ ਡੋਲ ਕੇ ਮਿਲਿਆ। ਤੇ ਜੇ ਇਹ ਵਿਸਰ ਗਿਆ ਤੇ ਕਹਿਣ ਲੱਗੇ ਫਰੀਦਾ ਤਿੰਨਾ ਮੁਖ ਡਰਾਵਣੇ, ਜਿੰਨੀ ਵਸਾਰਿਓ ਨਾਉ। ਕਹਿੰਦੇ ਉਹ ਮੁਖ ਬੜੇ ਡਰਾਉਣੇ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚੋਂ ਨਾਮ ਵਸਾਰ ਦਿੱਤਾ। ਇੱਥੇ ਦੁੱਖ ਘਨੇਰਿਆ, ਅੱਗੇ ਠੌਰ ਨਾ ਠਾਉ। ਕਹਿੰਦੇ ਇੱਥੇ ਵੀ ਜ਼ਿੰਦਗੀ ਦੁੱਖਾਂ 'ਚ ਲੰਘਦੀ ਹੈ, ਤੇ ਅੱਗੇ ਵਾਹਿਗੁਰੂ ਦੇ ਦਰ ਉੱਤੇ ਵੀ ਕੋਈ ਥਾਂ ਟਿਕਾਣਾ ਨਹੀਂ ਮਿਲਦਾ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਜੇ ਕੋ ਗੁਰ ਤੇ ਬੇਮੁਖ ਹੋਵੇ, ਵਿਣ ਸਤਿਗੁਰ ਮੁਕਤ ਨਾ ਪਾਏ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੇ, ਵਿਣ ਸਤਿਗੁਰ ਮੁਕਤ ਨਾ ਪਾਏ। ਕਹਿੰਦੇ ਅਨੇਕਾਂ ਜੂਨਾਂ ਵਿੱਚ ਭਟਕਣਾ ਪਵੇਗਾ, ਫਿਰ ਵੀ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੋਣੀ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ। ਕਹਿੰਦੇ ਫਿਰ ਜਦੋਂ ਵੀ ਮੁਕਤ ਹੋਇਆ, ਜਦੋਂ ਵੀ ਸੁਖੀ ਹੋਇਆ, ਫਿਰ ਗੁਰੂ ਦੇ ਚਰਨੀ ਲੱਗੇਗਾ। ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ, ਸਿੰਘ ਸੱਜੇਗਾ, ਨਾਮ ਜਪੇਗਾ, ਗੁਰੂ ਦੇ ਬਚਨਾਂ ਨੂੰ ਕਮਾਵੇਗਾ। ਕਹਿੰਦੇ ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਮਹਾਰਾਜ ਕਹਿੰਦੇ ਇਸ ਗੱਲ ਦੀ ਵਿਚਾਰ ਕਰਕੇ ਵੇਖ ਲਿਓ ਕਿ ਗੁਰੂ ਤੋਂ ਬਿਨਾ, ਵਾਹਿਗੁਰੂ ਤੋਂ ਬਿਨਾ ਕਦੀ ਵੀ ਜੀਵ ਮੁਕਤ ਨਹੀਂ ਹੋ ਸਕਦਾ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕਿ ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਜਿਨ੍ਹਾਂ ਗੁਰ ਸਿੱਖਾਂ ਨੇ ਗੁਰੂ ਜੀ ਦੇ ਭਾਣੇ ਨੂੰ ਮੰਨਿਆ, ਗੁਰੂ ਦੇ ਹੁਕਮ ਨੂੰ ਮੰਨਿਆ, ਗੁਰੂ ਪੂਰਾ ਮਿਹਰ ਕਰਕੇ, ਕਿਰਪਾ ਕਰਕੇ
ਉਹਨਾਂ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਏ ਤੇ ਗੁਰ ਸਿੱਖਾਂ ਕੀ ਹਰ ਧੂੜ ਦੇ। ਐਸੇ ਗੁਰਸਿੱਖ ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲੇ ਐ, ਮਹਾਰਾਜ ਕਹਿੰਦੇ ਉਹਨਾਂ ਦੀ ਸਾਨੂੰ ਧੂੜ ਵੀ ਮਿਲ ਜਾਵੇ। ਧੰਨ ਬਾਬਾ ਬੁੱਢਾ ਸਾਹਿਬ ਜੀ ਸਾਧ ਸੰਗਤ, ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਗੁਰਿਆਈ ਗੱਦੀ ਤੇ ਵਿਰਾਜਮਾਨ ਹੋਏ ਨੇ ਤੇ ਸਤਿਗੁਰੂ ਜੀ ਗੁਰਤਾ ਗੱਦੀ ਤੇ ਵਿਰਾਜੇ ਨੇ ਤੇ ਗੁਰੂ ਅੰਗਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਦਾਦੂ ਜੀ ਨੇ ਉਹ ਕੁਰਸੀ ਤੇ ਤਖਤ ਤੇ ਬੈਠੇ ਨੇ ਤੇ ਮਹਾਰਾਜ ਦੇ ਉਹਨਾਂ ਨੇ ਆਣ ਕੇ ਈਰਖਾ ਵਸ ਹੋ ਕੇ, ਲਾਲਚ ਵਸ ਹੋ ਕੇ ਲੱਤ ਮਾਰੀ ਕਿ ਸਾਡਾ ਅਧਿਕਾਰ ਸੀ, ਸਾਨੂੰ ਗੁਰਿਆਈ ਗੱਦੀ ਮਿਲਣੀ ਚਾਹੀਦੀ ਸੀ, ਤੁਸੀਂ ਕਿਉਂ ਬੈਠ ਗਏ। ਮਹਾਰਾਜ ਗੁਰੂ ਅਮਰਦਾਸ ਜੀ ਚੁੱਪਚਾਪ ਉੱਥੋਂ ਚੱਲੇ ਤੇ ਸੰਨ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਵਿਖੇ ਆਣ ਕੇ ਬਿਰਾਜਮਾਨ ਹੋ ਗਏ। ਦਰਵਾਜ਼ਾ ਬੰਦ ਕਰ ਦਿੱਤਾ ਤੇ ਬਾਹਰ ਇਹ ਗੱਲ ਲਿਖ ਕੇ ਲਾ ਦਿੱਤੀ ਕਿ ਆਏ ਇਹਾਂ ਦਰ ਫਾਰੈ ਜੋ, ਹਮਣੈ ਗੁਰੂ ਸਿੱਖ ਨੈ ਸੋ। ਕਿ ਜਿਹੜਾ ਵੀ ਇਸ ਦਰਵਾਜ਼ੇ ਨੂੰ ਆਣ ਕੇ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ, ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ। ਸਾਰੀਆਂ ਸੰਗਤਾਂ ਜਦੋਂ ਦਿਨ ਚੜਿਆ ਗੁਰੂ ਜੀ ਦੇ ਦਰਸ਼ਨਾਂ ਤੋਂ ਬੜੀਆਂ ਵਿਆਕੁਲ ਹੋ ਗਈਆਂ। ਗੁਰੂ ਸਾਹਿਬ ਜੀ ਦੇ ਕਿਤੇ ਦਰਸ਼ਨ ਨਾ ਹੋਣ ਤੇ ਸਾਰੀਆਂ ਸੰਗਤਾਂ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਆਣ ਕੇ ਬੇਨਤੀ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾਓ। ਗੁਰੂ ਜੀ ਸਦਾ ਹੀ ਤੁਹਾਡੇ ਅੰਗ ਸੰਗ ਨੇ, ਤੁਹਾਡੇ ਸਾਹਮਣੇ ਹਾਜ਼ਰ ਨਾਜ਼ਰ ਨੇ। ਤਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਚੌਂਕੜਾ ਮਾਰ ਕੇ ਪਹਿਲਾਂ ਨੇਤਰ ਬੰਦ ਕੀਤੇ, ਧਿਆਨ ਲਾਇਆ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਤੇ ਦਰਸ਼ਨ ਕਰਕੇ ਸਾਧ ਸੰਗਤ ਜੀ ਫਿਰ ਮਹਾਰਾਜ ਨੂੰ ਪਤਾ ਲੱਗ ਗਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਗੁਰੂ ਜੀ ਕਿੱਥੇ ਨੇ। ਪਰ ਫਿਰ ਵੀ ਉਹਨਾਂ ਆਪਾ ਨਹੀਂ ਪ੍ਰਗਟ ਕੀਤਾ, ਆਪਣੇ ਆਪ ਨੂੰ ਨਹੀਂ ਜਨਾਇਆ। ਕਿਹਾ ਚਲੋ ਸੰਗਤ ਜੀ ਸ੍ਰੀ ਗੋਇੰਦਵਾਲ ਸਾਹਿਬ। ਗੋਇੰਦਵਾਲ ਸਾਹਿਬ ਗਏ, ਸਾਰੀ ਗੱਲ ਪੁੱਛੀ ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਗੁਰੂ ਜੀ ਦੀ ਘੋੜੀ ਕਿੱਥੇ ਹੈ। ਸਿੱਖਾਂ ਨੇ ਕਿਹਾ ਮਹਾਰਾਜ ਉਹ ਵੱਜੀ ਹੈ, ਦਾਦੂ ਹੋਰ ਤੇ ਸਾਰਾ ਸਮਾਨ ਲੈ ਗਿਆ ਏ। ਇਸ ਘੋੜੀ ਨੂੰ ਵੀ ਖੋਲ ਕੇ ਲਿਜਾਣਾ ਚਾਹੁੰਦਾ ਸੀ ਪਰ ਬੜਾ ਯਤਨ ਕੀਤਾ ਉਸਨੇ, ਪਰ ਇਹ ਘੋੜੀ ਨੇ ਇੱਕ ਕਦਮ ਨਹੀਂ ਪੁੱਟਿਆ। ਤਾਂ ਸਾਧ ਸੰਗਤ ਬਾਬਾ ਬੁੱਢਾ ਜੀ ਕਹਿਣ ਲੱਗੇ ਇਸ ਘੋੜੀ ਨੂੰ ਪਤਾ ਏ ਕਿ ਮੇਰਾ ਮਾਲਕ ਕਿੱਥੇ ਹੈ, ਚਲੋ ਫਿਰ ਇਸ ਘੋੜੀ ਨੂੰ ਅੱਗੇ ਲਾਈਏ ਤੇ ਇਹਦੇ ਮਗਰ ਚੱਲੀਏ। ਇਹ ਜੁਗਤੀ ਵਰਤਾਈ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੀ ਘੋੜੀ ਨੂੰ ਖੋਲਿਆ, ਉਹਦੇ ਤੇ ਕਾਠੀ ਪਾਈ, ਲਗਾਮ ਪਾਈ, ਅੱਗੇ ਅੱਗੇ ਘੋੜੀ ਨੂੰ ਤੋਰ ਦਿੱਤਾ ਤੇ ਮਗਰ ਮਗਰ ਆਪ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ, ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਹੋਇਆਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲਦੇ ਚੱਲਦੇ ਜਦੋਂ ਸੰਨ ਸਾਹਿਬ ਵਾਲੇ ਸਥਾਨ ਤੇ ਆਏ, ਇੱਥੇ ਆਣ ਕੇ ਉਹ ਘੋੜੀ ਜਿਹੜੀ ਆ ਖਲੋ ਗਈ। ਮੰਨ ਲਓ ਉਹਨੂੰ ਵੀ ਪਤਾ ਲੱਗ ਗਿਆ ਵੀ ਮੇਰਾ ਮਾਲਕ ਜਿਹੜਾ ਏ ਉਹ ਇੱਥੇ ਬਰਾਜਿਆ ਹੋਇਆ। ਇੱਕ ਜਾਨਵਰ ਨੂੰ ਵੀ ਆਪਣੇ ਮਾਲਕ ਦਾ ਪਤਾ ਏ ਤੇ ਫਿਰ ਗੁਰੂ ਦੇ ਸਿੱਖ ਨੂੰ ਕਿਉਂ ਨਾ ਪਤਾ ਹੋਵੇ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਹੈ। ਮੇਰਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਮਿੱਟੀ ਦੀ ਢੇਰੀ ਕਬਰ ਅੱਗੇ ਸੀਸ ਨਹੀਂ ਝੁਕਣਾ ਚਾਹੀਦਾ, ਕਿਸੇ ਪੱਥਰ ਦੀ ਮੂਰਤ ਅੱਗੇ, ਕਿਸੇ ਰੁੱਖ ਦੇ ਅੱਗੇ ਨਹੀਂ। ਜੇ ਇੱਕ ਜਾਨਵਰ ਨੂੰ ਪਤਾ ਏ ਸੱਪ ਵੀ ਗੁਰੂ ਸਾਹਿਬ ਨੂੰ ਛਾਂ ਕਰ ਰਿਹਾ ਏ, ਘੋੜੇ ਨੂੰ ਵੀ ਪਤਾ ਏ ਵੀ ਤਮਾਕੂ ਦਾ ਖੇਤ ਆ ਗਿਆ ਏ ਤੇ ਮੈਂ ਘੋੜਾ ਵੀ ਰੁਕ ਜਾਂਦਾ ਏ ਵੀ ਮੇਰੇ ਗੁਰੂ ਨੇ ਇਹਨੂੰ ਜਗਤ ਝੂਠ ਕਿਹਾ ਏ ਤੇ ਮੇਰੇ ਗੁਰੂ ਨੇ ਹੁਕਮ ਕੀਤਾ ਏ ਕਿ ਪਰ ਅਰੀ ਜੂਆ ਸਤ ਚੋਰੀ ਮਦਰਾ ਜਾਣ ਪਾਂਚ ਐਬ ਜੋ ਜਗਤ ਮੈਂ ਤਜੇ ਸੁ ਸਿੰਘ ਸੁਜਾਨ। ਕਿ ਤਮਾਕੂ ਜਿਹੜਾ ਜਗਤ ਝੂਠ ਹੈ ਇਹਨੂੰ ਸੇਵਨ ਨਹੀਂ ਕਰਨਾ, ਨਸ਼ਾ ਸ਼ਰਾਬ ਨਹੀਂ ਵਰਤਣੀ, ਇਹਨੂੰ ਹੱਥ ਨਹੀਂ ਲਾਉਣਾ। ਤੇ ਫਿਰ ਜੇ ਜਾਨਵਰ ਹੋ ਕੇ ਉਹ ਗੁਰੂ ਦੀ ਸੇਵਾ 'ਚ ਲੱਗਾ ਏ ਤੇ ਮਨੁੱਖ ਹੋ ਕੇ ਕੋਈ ਇਹਨਾਂ ਮਾੜੀਆਂ ਚੀਜ਼ਾਂ ਦਾ ਸੇਵਨ ਕਰੇ ਤੇ ਫਿਰ ਤੇ ਮਹਾਰਾਜ ਨੇ ਬਾਣੀ 'ਚ ਤਾਂ ਹੀ ਬਚਨ ਕਹੇ ਨਾ ਕਿ ਪਸ਼ੂ ਮਿਲੇ ਚੰਗਿਆਈਆਂ ਖੜਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਕਿ ਪਸ਼ੂ ਨੂੰ ਵੀ ਪਤਾ ਜੇ ਉਹ ਪੱਠੇ ਖਾਂਦਾ ਏ ਨਾ ਤੇ ਉਹ ਸਾਨੂੰ ਦੁੱਧ ਦਿੰਦਾ ਏ ਤੇ ਕਿੰਨੇ ਆਪਾਂ ਦੁੱਧ ਨਾਲ ਕਾਰਜ ਸਵਾਰਦੇ ਆ। ਤੇ ਜੇ ਮਨੁੱਖ ਨਾਮ ਨਾ ਜਪੇ, ਗੁਰੂ ਵਾਲਾ ਨਾ ਬਣੇ ਤੇ ਫਿਰ ਮਹਾਰਾਜ ਕਹਿੰਦੇ ਇਹ ਤੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਫਿਰ ਤੇ ਪਸ਼ੂ ਤੋਂ ਵੀ ਮਹਾਰਾਜ ਕਹਿੰਦੇ ਹੀਣਾ ਹੈ, ਕਿਉਂਕਿ ਜਿਹੜਾ ਕਰਨ ਵਾਲਾ ਕਰਮ ਸੀ ਸੰਸਾਰ ਦੇ ਵਿੱਚ ਉਹ ਤੇ ਆਣ ਕੇ ਇਸਨੇ ਕੀਤਾ ਨਹੀਂ। ਤੋ ਇਸ ਕਰਕੇ ਸਾਧ ਸੰਗਤ ਉਹ ਘੋੜੀ ਸੰਨ ਸਾਹਿਬ ਵਾਲੇ ਸਥਾਨ ਤੇ ਆਣ ਕੇ ਰੁਕ ਗਈ। ਬਾਬਾ ਬੁੱਢਾ ਜੀ ਨੇ ਸਾਰੀ ਸੰਗਤ ਨੂੰ ਰੋਕਿਆ, ਉਸ ਕਮਰੇ ਦੇ ਕੋਲ ਗਏ
ਤੇ ਕਮਰੇ ਦੇ ਕੋਲ ਜਾ ਕੇ ਜਦੋਂ ਚਾਰੇ ਬੰਨੇ ਵੇਖਿਆ ਦਰਵਾਜ਼ੇ ਤੇ ਲਿਖਿਆ ਹੋਇਆ ਸੀ, ਤੇ ਬਾਹਰ ਪੜਿਆ ਕਿ ਜਿਹੜਾ ਇਹ ਦਰਵਾਜ਼ੇ ਨੂੰ ਖੋਲੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਦਰਵਾਜ਼ਾ ਨਹੀਂ ਖੋਲਿਆ, ਕੰਧ ਨੂੰ ਸੰਨ ਲਾਈ ਹੈ, ਇੱਟਾਂ ਪੁੱਟੀਆਂ ਨੇ, ਅੰਦਰ ਗਏ ਨੇ, ਜਾ ਕੇ ਦਰਸ਼ਨ ਕੀਤੇ, ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਨਿਕਸੋ ਵਹਿਰ ਦਿਖਾਵੋ ਦਰਸ਼ਨ, ਕਰ ਹੈ ਸੰਗਤ ਪਾਇਣ ਪਰਸਨ। ਕਿ ਮਹਾਰਾਜ ਕਿਰਪਾ ਕਰੋ, ਆਪ ਬਾਹਰ ਨਿਕਲੋ ਤੇ ਸੰਗਤਾਂ ਆਪ ਦੇ ਦਰਸ਼ਨ ਪਰਸਣ ਤੇ ਸੰਗਤਾਂ ਨੂੰ ਨਾਮ ਜਪਾ ਕੇ ਸੰਗਤਾਂ ਦੀ ਕਲਿਆਣ ਕਰੋ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਜੀ ਤੁਸੀਂ ਸਾਡੀ ਸਿੱਖਿਆ ਨੂੰ ਮੰਨਿਆ ਨਹੀਂ, ਧਾਰਨ ਨਹੀਂ ਕੀਤਾ। ਅਸੀਂ ਲਿਖਿਆ ਸੀ ਕਿ ਦਰਵਾਜ਼ਾ ਖੋਲ ਕੇ ਜਿਹੜਾ ਆਵੇਗਾ ਸਾਡਾ ਸਿੱਖ ਨਹੀਂ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਮੈਂ ਦਰਵਾਜ਼ਾ ਖੋਲ ਕੇ ਨਹੀਂ ਆਇਆ, ਮੈਂ ਤੇ ਸੰਨ ਲਾ ਕੇ ਆਇਆ ਕੰਧ ਨੂੰ। ਗੁਰੂ ਅਮਰਦਾਸ ਮਹਾਰਾਜ ਇਹ ਉਹਨਾਂ ਦੀ ਕੌਤਕ ਖੇਡ ਵੇਖ ਕੇ ਇੰਨਾ ਪ੍ਰਸੰਨ ਹੋਏ, ਗਲ ਨਾ ਲਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਭਰੇ ਬਚਨ ਕੀਤੇ ਕਿ ਇਹ ਸਿੱਖੀ ਕੋ ਬੋਹਿਤ ਭਾਰੋ, ਭਵਜਲ ਤੇ ਕਰ ਹੈ ਨਿਸਤਾਰੋ। ਸਿੱਖੀ ਅਵਦ ਨ ਇਸਤੇ ਪਰੇ, ਨਾਮ ਲੈਤ ਗਨ ਬਿਗਣ ਸੁਹਰੇ। ਇਹ ਤੇ ਸਿੱਖੀ ਦਾ ਜਹਾਜ਼ ਨੇ ਬਾਬਾ ਬੁੱਢਾ ਸਾਹਿਬ ਜੀ, ਇਹਨਾਂ ਦੇ ਨਾਮ ਲਿਆਂ ਵੀ ਪਾਪ ਕੱਟੀ ਜਾਂਦੇ ਨੇ। ਤੇ ਮੰਨ ਲਓ ਸੰਨ ਲਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਨੂੰ ਦੱਸ ਦਿੱਤਾ ਵੀ ਜੇ ਗੁਰੂ ਪਰਮੇਸ਼ਰ ਦੇ ਦਿਦਾਰੇ ਕਰਨੇ ਨੇ ਤੇ ਆਪਣੇ ਮਨ ਨੂੰ ਬਾਹਰ ਦੀ ਭਟਕਣਾ ਤੋਂ ਰੋਕ ਕੇ ਅੰਦਰਮੁਖੀ ਕਰੋ। ਇਹਨਾਂ ਨੇਤਰਾਂ ਨਾਲ ਪਰਾਇਆ ਤਨ ਪਰਾਇਆ ਧਨ ਤੱਕਣ ਦੀ ਥਾਂ ਤੇ ਇਹਨਾਂ ਨੇਤਰਾਂ ਨਾਲ ਵਾਹਿਗੁਰੂ ਦੇ ਦਰਸ਼ਨ ਕਰੋ। ਹਿਰਦੇ 'ਚ ਨਾਮ ਧਿਆਓ, ਕੰਨਾਂ ਨੂੰ ਬਾਹਰ ਮੁਖੀ ਨਿੰਦਿਆ ਚੁਗਲੀ ਸੁਣਨ ਤੋਂ ਰੋਕ ਕੇ ਨਾਮ ਬਾਣੀ ਵਿੱਚ ਜੋੜੋ। ਤੇ ਜਦੋਂ ਅੰਦਰਮੁਖੀ ਹੋਵੋਗੇ, ਆਪਣੇ ਅੰਦਰ ਨੂੰ ਖੋਜੋਗੇ ਬਾਣੀ ਦੀ ਵਿਚਾਰ ਦੁਆਰਾ, ਤੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਫਿਰ ਕਦੇ ਤੁਹਾਨੂੰ ਪਰੇਸ਼ਾਨੀ 'ਚ ਨਹੀਂ ਪੈਣਾ ਪਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਸਾਧ ਸੰਗਤ ਦਰਸ਼ਨ ਦਿਦਾਰੇ ਦਿੱਤੇ। ਬਾਬਾ ਬੁੱਢਾ ਸਾਹਿਬ ਜੀ ਨਵਾਜਿਆ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਸੇਵਾ ਨਿਭਾਈ। ਦਰਬਾਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਹੋਣ ਦੀ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਨਿਭਾਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਨਮ ਦੇ ਵੇਲੇ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੇ ਅਰਦਾਸ ਬੇਨਤੀ ਕਰਨ ਦੀ ਬੇਨਤੀ ਕੀਤੀ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਤੇ ਬਚਨ ਕੀਤੇ ਕਿ ਇਹੋ ਜਿਹਾ ਸੂਰਬੀਰ ਯੋਧਾ ਜਨਮ ਲਵੇਗਾ ਜਿਵੇਂ ਅਸੀਂ ਗੰਢਾ ਭੰਨਿਆ, ਇਵੇਂ ਜਿਹੜੇ ਜ਼ਾਲਮਾਂ ਦੇ ਸਿਰ ਭੰਨੇਗਾ। ਉਹ ਬਾਬਾ ਬੁੱਢਾ ਜੀ ਦੇ ਬਚਨਾਂ ਦੀ ਕਮਾਈ। ਫਿਰ ਉਹਨਾਂ ਨੂੰ ਸਾਰੀਆਂ ਵਿਦਿਆ ਸਿਖਾਈਆਂ। ਤੇ ਇਸ ਤਰ੍ਹਾਂ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਉਹ ਵੀ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਨੇ ਬਣਾਇਆ। ਮੀਰੀ ਪੀਰੀ ਦੀਆਂ ਤਲਵਾਰਾਂ ਉਹਨਾਂ ਨੂੰ ਧਾਰਨ ਕਰਾਈਆਂ। ਤੇ ਆਖਰੀ ਸਮੇਂ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ, ਇਹ ਤਿੰਨ ਅਵਸਥਾਵਾਂ ਨੇ ਸਾਧ ਸੰਗਤ ਜੀ, ਬਚਪਨ ਤੇ ਜਵਾਨੀ ਤੇ ਬੁਢੇਪਾ। ਬਾਬਾ ਬੁੱਢਾ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਿਖਾਈ ਉਹਨਾਂ ਦੇ ਜੀਵਨ ਨੇ, ਜਿਹੜੀ ਆਪਾਂ ਪੱਲੇ ਬੰਨਣੀ ਹੈ ਕਿ ਸਾਡਾ ਬਚਪਨ ਜੇ ਗੁਰੂ ਚਰਨਾਂ 'ਚ ਬਤੀਤ ਹੋਵੇ ਤੇ ਉਹ ਬਚਪਨ ਵੀ ਸਫਲਾ। ਸਾਡੀ ਜਵਾਨੀ ਗੁਰੂ ਨੂੰ ਸਮਰਪਿਤ ਹੋ ਕੇ ਆਪਾਂ ਜੀਵੀਏ ਤੇ ਸਾਡੀ ਜਵਾਨੀ ਵੀ ਸਫਲੀ। ਤੇ ਆਪਾਂ ਬੁਢੇਪਾ ਗੁਰੂ ਦਾ ਹੋ ਕੇ, ਗੁਰੂ ਵਾਲੇ ਬਣ ਕੇ, ਨਾਮ ਜਪ ਕੇ, ਗੁਰੂ ਦੀ ਸੇਵਾ 'ਚ ਲੱਗ ਕੇ ਜੀਵੀਏ ਤੇ ਬੁਢੇਪਾ ਵੀ ਸਫਲਾ। ਬਾਬਾ ਬੁੱਢਾ ਸਾਹਿਬ ਜੀ ਸਾਨੂੰ ਆਪਣਾ ਬਚਪਨ, ਜਵਾਨੀ ਤੇ ਬੁਢੇਪਾ, ਇਹ ਤਿੰਨੇ ਅਵਸਥਾਵਾਂ ਗੁਰੂ ਵਾਲੇ ਹੋ ਕੇ ਜੀ ਕੇ ਕਿਵੇਂ ਸਫਲਾ ਕਰਨੀਆਂ, ਇਹ ਗੱਲ ਦੱਸਦੇ ਆ। ਮਹਾਰਾਜ ਕਹਿੰਦੇ ਜੇ ਇਹਨਾਂ ਤਿੰਨਾਂ ਅਵਸਥਾਵਾਂ ਦੇ ਵਿੱਚ ਗੁਰੂ ਚੇਤੇ ਆ ਫਿਰ ਤਿੰਨੇ ਹੀ ਸਫਲੀਆਂ ਨੇ, ਤੇ ਜੇ ਗੁਰੂ ਵਿਸਰ ਗਿਆ ਫਿਰ ਸਭ ਕੁਝ ਹੀ ਨਿਸ਼ਫਲ ਹੈ। ਤੇ ਆਖਰੀ ਸਮੇਂ ਜਦੋਂ ਰਮਦਾਸ ਦੀ ਧਰਤੀ ਤੇ ਬਾਬਾ ਬੁੱਢਾ ਜੀ ਨੇ ਆਪਣਾ ਸਰੀਰ ਛੱਡਿਆ ਤੇ ਉਦੋਂ ਭਾਈ ਬਿਧੀ ਚੰਦ ਨੇ ਬੇਨਤੀ ਕੀਤੀ ਸੀ, ਮਹਾਰਾਜ ਕੋਈ ਸਿੱਖਿਆ ਦਿਓ, ਤੁਸੀਂ ਬੜੀ ਸਿੱਖੀ ਕਮਾਈ ਹੈ। ਤੇ ਬਾਬਾ ਬੁੱਢਾ ਜੀ ਨੇ ਇਹ ਬਚਨ ਕਿਹਾ ਸੀ ਬੜਾ ਪਿਆਰਾ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਲਿਖਿਆ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਕਰੋ ਕਾਰ ਸਭ ਕਰੋ ਹੀਲਾ, ਭਜਨ ਪਾਠ ਬੰਦਗੀ ਦਾ। ਬਾਬਾ ਬੁੱਢਾ ਜੀ ਕਹਿਣ ਲੱਗੇ, ਭਾਈ ਗੁਰਬਾਣੀ ਦਾ ਪਾਠ ਕਰੋ, ਸਿਮਰਨ ਕਰੋ, ਨਾਮ ਜਪੋ, ਗੁਰਸਿੱਖੀ ਨੂੰ ਕਮਾਵੋ, ਪਰ ਕਦੀ ਮੈਂ ਨਹੀਂ ਧਾਰਨ ਕਰਨੀ। ਕਰੋ ਕਾਰ ਆਪਣੀ ਕਿਰਤ ਵਿਰਤ ਧਰਮ ਦੀ ਕਰੋ।
ਕਰੋ ਕਾਰ ਸਭ ਕਰੋ ਹੀਲਾ, ਭਜਨ ਪਾਠ ਬੰਦਗੀ ਦਾ ਪਰ ਓਟ ਗੁਰ ਮੇਹਰ ਤੇ। ਕਹਿੰਦੇ ਓਟ ਸਦਾ ਗੁਰੂ ਦੀ ਕਿਰਪਾ ਤੇ ਰੱਖਣੀ ਹੈ ਕਿ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਹੈ। ਤੁਸੀਂ ਹੀ ਇਹ ਸਾਰੀ ਸੇਵਾ ਲੈ ਰਹੇ ਹੋ, ਤੁਸੀਂ ਭਜਨ ਬੰਦਗੀ ਪਾਠ ਕਰਾਉਣ ਵਾਲੇ ਹੋ ਤੇ ਤੁਸੀਂ ਹੀ ਸਾਡੇ ਨਿਮਾਣਿਆਂ ਦਾ ਬੇੜਾ ਪਾਰ ਕਰਨ ਵਾਲੇ ਹੋ। ਸਾਨੂੰ ਔਗਣ ਆਰਿਆਂ ਨੂੰ, ਸਾਨੂੰ ਭੁੱਲਣ ਹਾਰਿਆਂ ਨੂੰ ਆਪ ਕਿਰਪਾ ਕਰਕੇ ਤੁਸੀਂ ਹੀ ਬਖਸ਼ਣਾ ਏ। ਕਹਿੰਦੇ ਓਟ ਸਦਾ ਗੁਰ ਪ੍ਰਸਾਦ ਤੇ ਗੁਰੂ ਦੀ ਕਿਰਪਾ ਤੇ ਰੱਖਣੀ ਹੈ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਆਪ ਸਭ ਸੰਗਤਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਗੁਰਮਤਿ ਸਮਾਗਮ 'ਚ ਜੁੜੇ ਹੋ। ਸਾਰਿਆਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਮਿਹਰ ਕਰੇ, ਗੁਰਸਿੱਖੀ ਜੀਵਨ ਧਾਰਨ ਕਰੀਏ, ਗੁਰੂ ਵਾਲੇ ਬਣੀਏ, ਸਿੰਘ ਸਜੀਏ, ਨਾਮ ਬਾਣੀ ਦੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਆਪਣਾ ਇਹ ਜੀਵਨ ਸਫਲਾ ਬਣਾਈਏ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕੋਟ ਕੋਟ ਸ਼ੁਕਰਾਨਾ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।